ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਭਾਗਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ ਪਰਵਾਨ ਗਣੀ ਸੀ ਇਹ ਆਏ ਸਫਲ ਤਿਨਾ ਕੇ ਕਾਮਾ ਮੇਰੇ RAM ਹਰ ਜਨ ਕੈ ਹਉ ਬਲ ਜਾਈ ਕੇਸਾਂ ਕਾ ਕਰ ਚਵਰ ਟੁਲਾਵਾਂ ਚਰਨ ਧੂੜ ਮੁਖ ਲਾਈ ਜਨਮ ਮਰਨ ਦੋਹੁ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀਉ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੀ ਸੱਚਾ ਸੁਖ ਸੱਚੀ ਵਡਿਆਈ ਜਿਨ ਕੇ ਸੇ ਤਿਨ ਜਾਤੇ ਪੱਖਾਂ ਫੇਰੀ ਪਾਣੀ ਢੋਵਾਂ ਹਰ ਜਨ ਕੈ ਪੀਸਨ ਪੀਸ ਕਮਾਵਾਂ ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਨ ਪਾਵਾਂ ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਨ ਪਾਵਾਂ ਪਤਿਤ ਪਾਵਨ ਭਗਤ ਵਛਲ ਦੀਨਾ ਬੰਧੂ ਸਮੁੱਚੀ ਮਾਨਵਤਾ ਦੇ ਰਹਿਬਰ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਉੱਪਰ ਸੁਭਾਏਮਾਨ ਜੁਗੋ ਜੁਗ ਅਟਲ ਗੁਰੂ ਸਰਬ ਕਲਾ ਸਮਰੱਥ ਗੁਰੂ ਧੰਨ 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 ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਿਨਾਂ ਦੀ ਪਾਕ ਪਵਿੱਤਰ ਛਤਰ ਛਾਇਆ ਹੇਠ ਜੁੜ ਮਿਲ ਬੈਠੀ ਅਤੇ ਸੁਭਾਏਮਾਨ ਹੋ ਰਹੀ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਸਤਿਗੁਰਾਂ ਜੀ ਦੀ ਬਖਸ਼ਿਸ਼ ਗੁਰਫਤਿਹ ਵਿੱਚ ਸਾਂਝ ਪਾ ਕਰਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਰਬੱਤ ਸੰਗਤ
ਦੋਵੇਂ ਹੱਥ ਜੋੜ ਕਰਕੇ ਸੀਸ ਝੁਕਾ ਕਰਕੇ ਬੜੇ ਪ੍ਰੇਮ ਸਤਿਕਾਰ ਵਿੱਚ ਆ ਕਰਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ। ਸੋ ਦਾਸ ਬੇਨਤੀ ਕਰੇਗਾ, ਬੇਟਾ ਜੀ ਪਾਤਸ਼ਾਹ ਜੀ ਵੱਲ ਕਰ ਲਓ, ਕੋਈ ਚੱਕਰ ਨਹੀਂ। ਸੋ ਦਾਸ ਖੇਮਾ ਦਾ ਜਾਚਕ ਹੈ। ਸੋ ਆਪ ਸਰਬੱਤ ਸੰਗਤ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਮਹਾਨ ਵੱਡਿਆਂ ਭਾਗਾਂ ਦੇ ਸਦਕਾ ਆਪ ਸਰਬੱਤ ਸੰਗਤ ਬੜੇ ਹੀ ਉਚੇਚੇ ਤੌਰ 'ਤੇ ਆਪੋ ਆਪਣੇ ਦੁਨਿਆਵੀ ਕੰਮਾਂ ਕਾਰਾਂ ਤੋਂ ਸੰਕੋਚ ਕਰਕੇ, ਦੂਰ ਨੇੜੇ ਤੋਂ ਚੱਲ ਕਰਕੇ ਸਿੱਖ ਕੌਮ ਦੀ ਸਿਰਮੌਰ ਹਸਤੀ, ਜਿਨ੍ਹਾਂ ਦੀ ਪਾਵਨ ਪਵਿੱਤਰ ਮਿੱਠੀ ਯਾਦ ਬਰਸੀ ਨੂੰ ਮਨਾਉਣ ਵਾਸਤੇ ਜਿੱਥੇ ਆਪ ਸਰਬੱਤ ਸੰਗਤ ਦੂਰ ਨੇੜੇ ਤੋਂ ਚੱਲ ਕਰਕੇ ਤਪੋ ਭੂਮੀ ਗੁਰਦੁਆਰਾ ਬੜੂ ਸਾਹਿਬ ਵਿਖੇ ਸ਼ਮੂਲੀਅਤ ਕਰ ਰਹੇ ਹੋ, ਤਿੱਥੇ ਹਰ ਸਾਲ ਕਲਗੀਧਰ ਟਰੱਸਟ ਬੜੂ ਸਾਹਿਬ ਸਮੂਹ ਅਕਾਲ ਪਰਿਵਾਰ ਆਪ ਸਰਬੱਤ ਸੰਗਤਾਂ ਦੇ ਸਹਿਯੋਗ ਦੇ ਸਦਕਾ ਗੁਰੂ ਘਰ ਤੋਂ ਵਰੋਸੋਏ ਹੋਏ ਪੂਰਨ ਬ੍ਰਹਮ ਗਿਆਨੀ ਸ਼੍ਰੀਮਾਨ ਸੰਤ ਬਾਬਾ ਤੇਜਾ ਸਿੰਘ ਜੀ ਮਹਾਰਾਜ ਜੀਆਂ ਦੀ ਮਿੱਠੀ ਯਾਦ ਨੂੰ ਮਨਾਉਣ ਵਾਸਤੇ ਪਹੁੰਚਣਾ ਕੀਤੇ ਹੋ। ਸੋ ਸੰਗਤ ਜੀ, ਸਤਿਗੁਰਾਂ ਜੀ ਦੇ ਬਾਣੀ ਦੇ ਮਹਾਵਾਕ ਹਨ, ਆਪ ਲਿਏ ਲੜ ਲਾਏ ਦਰ ਦਰਵੇਸ ਸੇ। ਸਾਧੂ ਸਤਪੁਰਸ਼ ਬ੍ਰਹਮ ਗਿਆਨੀ ਅੱਜ ਦੇ ਸਮੇਂ ਦੇ ਵਿੱਚ ਪਾਤਸ਼ਾਹ ਜੀ ਫਰਮਾਉਂਦੇ ਹਨ, ਆਵਾਜ਼ ਸੈੱਟ ਕਰ ਦਿਓ। ਸੋ ਦਾਸ ਦੀ ਬੇਨਤੀ ਹੈ ਸਾਊਂਡ ਸਿਸਟਮ ਵਾਲੇ ਭਰਾ ਜੀ ਨੂੰ, ਜਿਹੜਾ ਸਾਊਂਡ ਹੈ ਵਿਸਲ ਕਰ ਰਿਹਾ। ਸੋ ਗੁਰੂ ਪਿਆਰੀ ਸੰਗਤ ਜੀ, ਬਾਬਾ ਫਰੀਦ ਜੀ ਦਾ ਬੜਾ ਪਿਆਰਾ ਬਚਨ ਹੈ। ਉਹ ਕਹਿੰਦੇ ਹਨ, ਜਿਨ੍ਹਾਂ ਨੂੰ ਆਪ ਅਕਾਲ ਪੁਰਖ ਵਾਹਿਗੁਰੂ ਨੇ ਚੁਣਿਆ, ਸੋ ਉਹਨਾਂ ਦੇ ਮਨ ਦੇ ਵਿੱਚ ਆਪ ਅਕਾਲ ਪੁਰਖ ਵਾਹਿਗੁਰੂ ਵਸਦਾ ਅਤੇ ਉਹ ਜਨਮ ਮਰਨ ਤੋਂ ਰਹਿਤ ਨੇ। ਦਾਸ ਨੇ ਮੰਗਲ ਰੂਪ ਦੇ ਵਿੱਚ ਪਵਿੱਤਰ ਬਾਣੀ ਦਾ ਸ਼ਬਦ ਪੜ੍ਹਿਆ। ਸੋ ਮੰਗਲ ਰੂਪ ਦੇ ਵਿੱਚ ਜੋ ਪਵਿੱਤਰ ਸ਼ਬਦ ਦਾਸ ਨੇ ਆਪ ਗੁਰੂ ਰੂਪ ਸੰਗਤਾਂ ਦੇ ਤਾਈਂ ਸਰਵਣ ਕਰਵਾਇਆ ਸੀ, ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰ ਕਾ ਪਰ ਉਪਕਾਰੀ ਆਏ। ਸੋ ਸੰਗਤ ਜੀ, ਪਰ ਉਪਕਾਰ ਜਿਸ ਦਾ ਮਤਲਬ ਹੁੰਦਾ ਹੈ ਪਰਾਇਆਂ ਦੇ ਉੱਪਰ ਬਿਨਾਂ ਕਿਸੇ ਸਵਾਰਥ ਤੋਂ ਸਵੈ ਪ੍ਰਯੋਜਨ ਨੂੰ ਛੱਡ ਕਰਕੇ, ਸਵੈ ਇੱਛਾ ਨੂੰ ਛੱਡ ਕਰਕੇ ਕਿਸੇ ਦਾ ਭਲਾ ਕਰਨਾ, ਇਸ ਨੂੰ ਪਰਉਪਕਾਰ ਕਿਹਾ ਜਾਂਦਾ। ਅਤੇ ਜਿਹੜੇ ਪੂਰਨ ਬ੍ਰਹਮ ਗਿਆਨੀ ਹਨ, ਸਤਿਗੁਰੂ ਜੀ ਬਾਣੀ ਦੇ ਵਿੱਚ ਫਰਮਾਉਂਦੇ ਹਨ, ਇਹਨਾਂ ਨੂੰ ਗੁਰੂ ਨਾਨਕ ਦੀ ਬੜੀ ਮਹਾਨ ਬਖਸ਼ਿਸ਼ ਪ੍ਰਾਪਤ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੋ ਅਰ ਭੈ ਨਹੀਂ ਜਾਣ। ਸੁਖ ਸਨੇਹੋ, ਸੁਖ ਸਹੂਲਤਾਂ ਅਤੇ ਸਨੇਹ ਕਹਿੰਦੇ ਹਨ ਪ੍ਰੇਮ। ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਇਹ ਐਸੀ ਉੱਚ ਅਵਸਥਾ ਨੂੰ ਮਾਨਣ ਵਾਲੇ ਬ੍ਰਹਮ ਗਿਆਨੀ ਹਨ, ਜਿਹੜੇ ਮਿੱਟੀ ਨੂੰ ਅਤੇ ਸੋਨੇ ਨੂੰ ਇੱਕ ਸਮਾਨ ਜਾਣਦੇ ਨੇ। ਅਤੇ ਅਜੋਕੇ ਸਮੇਂ ਦੇ ਵਿੱਚ ਆਪ ਜੀ ਜਾਣਦੇ ਹੋ ਕਿ ਕਲਯੁਗੀ ਜੀਵ ਇਹਨਾਂ ਵਕਾਰਾਂ ਦੇ ਵਿੱਚ ਗ੍ਰਸਤ ਹੋ ਚੁੱਕਿਆ ਹੈ ਕਿ ਉਹ ਮਿੱਟੀ ਪਿੱਛੇ ਵੀ ਲੜੀ ਜਾ ਰਿਹਾ ਕਿ ਫਲਾਣੇ ਨੇ ਮੇਰੀ ਜ਼ਮੀਨ ਦੇ ਵਿੱਚੋਂ ਮਿੱਟੀ ਪਟਾ ਕਰਕੇ ਫਲਾਣੇ ਨੇ ਮੇਰੀ ਜ਼ਮੀਨ ਨੀਵੀਂ ਕਰਤੀ ਹੈ ਜਾਂ ਆਪਣੀ ਜ਼ਮੀਨ ਨੀਵੀਂ ਕਰ ਲਈ। ਲੋਕੀ ਮਿੱਟੀ ਪਿੱਛੇ ਲੜੀ ਜਾ ਰਹੇ ਨੇ। ਅਤੇ ਇਹ ਕੈਸੇ ਬ੍ਰਹਮ ਗਿਆਨੀ ਹਨ, ਜਿਹੜੇ ਸੋਨੇ ਨੂੰ ਵੀ ਮਿੱਟੀ ਦੇ ਕਰਕੇ ਜਾਣਨ ਵਾਲੇ ਨੇ, ਜਿਨ੍ਹਾਂ ਨੇ ਸੰਸਾਰਕ ਪਦਾਰਥਾਂ ਨੂੰ ਵੀ ਮਿੱਟੀ ਕਰਕੇ ਜਾਣਿਆ। ਸੋ ਤਿੰਨਾਂ ਦੇ ਵਿੱਚੋਂ ਹੀ ਸ਼੍ਰੀਮਾਨ ਸੰਤ ਬਾਬਾ ਤੇਜਾ ਸਿੰਘ ਜੀ ਸਨ,
ਜਿਨ੍ਹਾਂ ਦਾ ਪਾਵਨ ਪਵਿੱਤਰ ਆਗਮਨ ਏਮਨਾਬਾਦ ਦੀ ਧਰਤੀ ਦੇ ਪਿੰਡ ਬੱਦੋਵਾਲੀ ਵਿਖੇ ਸਰਦਾਰ ਰੱਲਾ ਸਿੰਘ ਜੀ, ਜੋ ਕਿ ਉਸ ਸਮੇਂ ਲਾਹੌਰ ਦੇ ਕੇਂਦਰੀ ਜੇਲ੍ਹ ਦੇ ਡਾਕਟਰ ਸਨ, ਉਹਨਾਂ ਦੇ ਗ੍ਰਹਿ ਵਿਖੇ, ਉਹਨਾਂ ਦੇ ਮਹਿਲ ਸਤਿਕਾਰਯੋਗ ਮਾਤਾ ਬੀਬੀ ਰਾਮ ਕੌਰ ਜੀਆਂ ਦੀ ਪਵਿੱਤਰ ਕੁੱਖ ਤੋਂ 12 ਫਰਵਰੀ 1877 ਦੇ ਵਿੱਚ ਹੋਣਾ ਕੀਤਾ। ਸੋ ਆਪ ਜੀਆਂ ਦੇ ਤਾਈਂ ਗੁਰੂ ਸਿੱਖੀ ਦੀ ਜਿਹੜੀ ਗੁੜਤੀ ਹੈ, ਬਚਪਨ ਤੋਂ ਹੀ ਮਾਤਾ ਪਿਤਾ ਦਾ ਧਾਰਮਿਕ ਬਿਰਤੀਆਂ ਦੇ ਸਹਿਤ ਹੋਣਾ ਤੇ ਆਪ ਜੀਆਂ ਦੇ ਦਾਦਾ ਜੀ ਦਾ ਬਾਬਾ ਨਾਨਕ ਚੰਦ ਜੀ, ਉਹਨਾਂ ਦਾ ਉਦਾਰ ਦਿਲੀ ਹੋਣਾ ਅਤੇ ਆਪ ਜੀ ਦੇ ਨਾਨਾ, ਉਹਨਾਂ ਦਾ ਵੀ ਸਿੱਖ ਜਗਤ ਦੇ ਵਿੱਚ ਬੜਾ ਵੱਡਾ ਸਹਿਯੋਗ ਹੈ, ਜਿਨ੍ਹਾਂ ਨੇ ਆਪ ਆਪਣੇ ਹੱਥੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਉਲੱਥੇ ਕਰਨੇ ਅਤੇ ਅੰਮ੍ਰਿਤ ਵੇਲੇ ਨੂੰ ਸੰਭਾਲਣਾ। ਇਹ ਜਿਹੜੀ ਸਿੱਖੀ ਦੀ ਗੁੜਤੀ ਹੈ, ਉਹਨਾਂ ਨੂੰ ਪਰਿਵਾਰ ਦੇ ਵਿੱਚੋਂ ਹੀ ਮਿਲਿਆ। ਜਿਵੇਂ ਸਤਿਕਾਰਯੋਗ ਤੁਲਸੀਦਾਸ ਜੀ, ਜਿਨ੍ਹਾਂ ਨੇ ਰਮਾਇਣ ਲਿਖੀ ਹੈ, ਉਹ ਮਾਤਾ ਨੂੰ ਕਹਿੰਦੇ ਨੇ, ਇਸਤਰੀਆਂ ਨੂੰ ਕਹਿੰਦੇ ਨੇ, ਮੇਰੀਓ ਭੈਣੋ, ਮੇਰੀ ਗੱਲ ਨੂੰ ਧਿਆਨ ਨਾਲ ਸੁਣੋ। ਜਨਨੀ ਜਨੈ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਾਹੇ ਤਾਂ ਜਨਨੀ ਬਾਂਝ ਰਹਿ, ਕਾਹੇ ਗਵਾਵੈ ਨੂਰ। ਉਹ ਇਸਤਰੀ ਨੂੰ, ਇੱਕ ਬੀਬੀ ਨੂੰ, ਇੱਕ ਬੱਚੀ ਨੂੰ ਬੇਨਤੀ ਕਰਦੇ ਨੇ ਕਿ ਆਪ ਜੀ ਜੇਕਰ ਜਨਮ ਹੀ ਦੇਣਾ ਚਾਹੁੰਦੇ ਹੋ ਤਾਂ ਸਾਧੂ ਸਤਪੁਰਸ਼ ਨੂੰ ਜਨਮ ਦੇਵੋ। ਜੇਕਰ ਜਨਮ ਹੀ ਦੇਣਾ ਹੈ ਤਾਂ ਜ਼ੁਲਮ ਦੇ ਖਿਲਾਫ ਲੜ ਮਰਨ ਮਿਟਣ ਵਾਲੇ ਬਹਾਦਰ ਸੂਰਮੇ ਪੈਦਾ ਕਰੋ। ਇਹ ਦੋ ਤਰ੍ਹਾਂ ਦੇ ਜਿਹੜੇ ਸੂਰਮੇ ਹਨ, ਜਾਂ ਦਾਨੇ ਪ੍ਰਦਾਨੇ, ਦਾਨੀ ਪੁਰਸ਼ਾਂ ਨੂੰ ਜਨਮ ਦੇਵੋ, ਤਾਂ ਹੀ ਜਿਹੜੀ ਤੁਹਾਡੀ ਕੁੱਖ ਹੈ ਸਫਲੀ ਹੋਏਗੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਦੋ ਤਰ੍ਹਾਂ ਦੇ ਸੂਰਮਿਆਂ ਦਾ ਜ਼ਿਕਰ ਆਉਂਦਾ। ਇੱਕ ਉਹ ਸੂਰਮੇ ਹਨ, ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੈ ਘਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਣ ਕੋ ਦਾਓ, ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ, ਕਬਹੂ ਨਾ ਛਾਡੈ ਖੇਤ। ਪਾਤਸ਼ਾਹ ਜੀ ਕਹਿੰਦੇ ਹਨ, ਇੱਕ ਇਹ ਸੂਰਮਾ ਹੈ। ਕੋਈ ਗੱਲ ਨਹੀਂ ਬੇਟਾ, ਤੁਸੀਂ ਉੱਧਰ ਹੀ ਕਰੋ, ਕੋਈ ਲੋੜ ਨਹੀਂ ਇੱਧਰ, ਪਾਤਸ਼ਾਹ ਜੀ ਦੇ ਵੱਲ ਜ਼ਰੂਰੀ ਹੈ। ਸੋ ਸੰਗਤ ਜੀ, ਪਾਤਸ਼ਾਹ ਜੀ ਦੇ ਸਤਿਕਾਰ ਵਾਸਤੇ ਬੜਾ ਜ਼ਰੂਰੀ ਹੈ, ਕਿਉਂਕਿ ਮੇਰੇ ਵਰਗੇ ਤਾਂ ਮਿੱਟੀ ਦੇ ਚੰਮ ਹਨ, ਪੱਖਾ ਨਾ ਵੀ ਝੱਲਿਆ ਜਾਏਗਾ, ਕੋਈ ਪ੍ਰਵਾਹ ਨਹੀਂ, ਪਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਸਤਿਕਾਰ ਬੜਾ ਜ਼ਰੂਰੀ ਹੈ। ਇਹ ਜਿਹੜੇ ਬੱਚੇ ਹਨ, ਵੇਖੋ ਕਿੰਨੇ ਪਿਆਰ ਦੇ ਨਾਲ ਸੇਵਾ ਕਰ ਰਹੇ ਨੇ। ਸੋ ਇਸੇ ਕਰਕੇ ਸਾਡਾ ਫਰਜ਼ ਹੁੰਦਾ ਹੈ ਕਿ ਬੱਚਿਆਂ ਨੂੰ ਅਧਿਆਤਮਿਕ ਗੁਣ ਇਹ ਚੰਗੀ ਤਰ੍ਹਾਂ ਉਹਨਾਂ ਨੂੰ ਸਮਝਾਉਣ ਦਾ। ਸੋ ਇਸੇ ਵਾਸਤੇ ਬੱਚਾ ਬੜੇ ਪ੍ਰੇਮ ਦੇ ਨਾਲ ਸੇਵਾ ਕਰ ਰਿਹਾ, ਪਰ ਇਸੇ ਵਾਸਤੇ ਮਹਾਰਾਜ ਜੀ ਦਾ ਸਤਿਕਾਰ ਅਤੇ ਸੰਗਤ ਦਾ ਸਤਿਕਾਰ ਬੜਾ ਜ਼ਰੂਰੀ ਹੈ। ਦਾਸ ਜੀ ਦਾ ਡਿਊਟੀ ਲੱਗੀ ਹੈ, ਆਪ ਗੁਰੂ ਰੂਪ ਸੰਗਤਾਂ ਦੇ ਚਰਨਾਂ ਦੇ ਵਿੱਚ ਸਤਿਗੁਰਾਂ ਜੀ ਦਾ ਹਰ ਜਸ ਸਰਵਣ ਕਰਵਾਉਣ ਵਾਸਤੇ। ਸੋ ਸੰਗਤ ਜੀ, ਦਾਸ ਜ਼ਿਕਰ ਕਰ ਰਿਹਾ ਸੀ, ਇੱਕ ਤਾਂ ਉਹ ਸੂਰਮੇ ਨੇ ਜਿਹੜੇ ਹੱਥ ਦੇ ਵਿੱਚ ਸ਼ਸਤਰ ਲੈ ਕਰਕੇ ਜ਼ੁਲਮ ਦੇ ਖਿਲਾਫ ਲੜਦੇ ਨੇ, ਤੇ ਇੱਕ ਉਹ ਸੂਰਮੇ ਹਨ ਜਿਨ੍ਹਾਂ ਨੇ ਅੰਤਰੀਵੀ ਤੌਰ ਤੇ ਜੰਗ ਕੀਤੀ ਹੈ, ਜਿਨ੍ਹਾਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਜੰਗ ਕੀਤੀ ਹੈ, ਜਿਨ੍ਹਾਂ ਦੇ ਪ੍ਰਥਾਏ ਪਾਤਸ਼ਾਹ ਜੀ ਬਾਣੀ ਦੇ ਵਿੱਚ ਫਰਮਾਉਂਦੇ ਹਨ, ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਅਤ ਹੈ ਸੂਰਾ, ਆਤਮ ਜਿਨੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਸੋ ਭਾਈ, ਜਿਨ੍ਹਾਂ ਦੇ ਪੂਰੇ ਸਤਿਗੁਰੂ ਜੀ ਹੋਣ ਤੇ ਸਤਿਗੁਰਾਂ ਜੀ ਦੀ ਜਿਨ੍ਹਾਂ ਤੇ ਬੜੀ ਮਹਾਨ ਕਿਰਪਾ ਹੁੰਦੀ ਹੈ, ਉਹੀ ਸੰਤ ਬਣਦਾ। ਪਾਤਸ਼ਾਹ ਜੀ ਫਰਮਾਉਂਦੇ ਹਨ, ਜਿਨ ਕੋ ਦਇਆਲ ਹੋਵੈ ਮੇਰਾ ਸੁਆਮੀ, ਤਿਸ ਗੁਰਸਿੱਖ ਉਪਦੇਸ਼ ਗੁਰੂ ਸੁਣਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਇਸੇ ਕਰਕੇ ਪਾਤਸ਼ਾਹ ਜੀ ਫਰਮਾਉਂਦੇ ਹਨ, ਸਾਧੂ ਸਤਪੁਰਸ਼ ਦੀ ਮਾਤਾ ਨੂੰ, ਉਹਨਾਂ ਦੇ ਖਾਨਦਾਨ ਨੂੰ, ਉਹਨਾਂ ਦੇ ਪਿੰਡ ਨੂੰ
ਅਤੇ ਉਹਨਾਂ ਦੇ ਪਿਤਾ ਨੂੰ, ਉਹਨਾਂ ਦੀ ਕੁੱਲ ਨੂੰ ਬਾਣੀ ਵਿੱਚ ਧਨ ਆਖਿਆ। ਬਾਣੀ ਦੇ ਵਿੱਚ ਪਾਤਸ਼ਾਹ ਜੀ ਫਰਮਾਉਂਦੇ ਹਨ, ਧਨ ਸੋ ਵੰਸ, ਧਨ ਸੋ ਪਿਤਾ, ਧਨ ਸੋ ਮਾਤਾ, ਜਿਨ ਜਨ ਜਣੇ। ਜਨ ਸੰਗਤ ਜੀ ਫਾਰਸੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਮਤਲਬ ਹੁੰਦਾ ਹੈ ਸੁਹਾਗਣ। ਤੇ ਜਨ ਸੰਸਕ੍ਰਿਤ ਭਾਸ਼ਾ ਦਾ ਵੀ ਸ਼ਬਦ ਹੈ, ਜਿਸ ਦਾ ਮਤਲਬ ਹੁੰਦਾ ਹੈ ਸੰਤ। ਸੋ ਭਾਈ ਸੰਤ ਕਿਹਨੂੰ ਕਿਹਾ ਜਾਂਦਾ ਹੈ? ਸਤਿਗੁਰੂ ਜੀ ਬਾਣੀ ਦੇ ਵਿੱਚ ਫਰਮਾਉਂਦੇ ਹਨ, ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨ ਹੈ। ਸੋ ਭਾਈ ਜਿਨ੍ਹਾਂ ਨੇ ਵਾਹਿਗੁਰੂ ਦਾ ਜਿਹੜਾ ਨਾਮ ਜਪ ਜਪ ਕੇ ਜੋ ਸਾਸ ਗਰਾਸ ਧਿਆਵੈ ਮੇਰਾ ਹਰ ਹਰ, ਸੋ ਭਾਈ ਜਿਨ੍ਹਾਂ ਨੇ ਅੰਦਰ ਸਾਹ ਜਾਂਦਿਆਂ ਤੇ ਬਾਹਰ ਸਾਹ ਜਾਂਦਿਆਂ ਧੰਨ ਗੁਰੂ ਨਾਨਕ ਦਾ ਨਾਮ ਧਿਆਉਣਾ ਕੀਤਾ ਹੈ, ਪਾਤਸ਼ਾਹ ਜੀ ਫਰਮਾਉਂਦੇ ਗਏ ਹਨ, ਉਹ ਸੰਤ ਹੈ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨਮੰਤ, ਧਨ ਸੇ ਨਾਨਕਾ ਪੂਰਨ ਸੋਈ ਸੰਤ। ਸੋ ਮਹਾਂਪੁਰਖਾਂ ਦਾ ਆਗਮਨ ਆਉਣਾ ਕਰਦਾ। ਜਨਮ ਤਾਂ ਵਿਅਕਤੀਆਂ ਦੇ ਹੁੰਦੇ ਨੇ, ਜਨਮ ਤਾਂ ਬੰਦਿਆਂ ਦੇ ਹੁੰਦੇ ਨੇ। ਸਤਿਗੁਰਾਂ ਜੀ ਦਾ ਪ੍ਰਗਟ ਦਿਹਾੜਾ ਹੁੰਦਾ ਹੈ ਤੇ ਗੁਰੂ ਘਰ ਤੋਂ ਵਰੋ ਸੋਏ ਹੋਏ ਬ੍ਰਹਮ ਗਿਆਨੀਆਂ ਦਾ, ਸੰਤਾਂ ਮਹਾਂਪੁਰਖਾਂ ਦਾ ਆਗਮਨ ਦਿਵਸ ਹੁੰਦਾ। ਸੋ ਬਚਪਨ ਤੋਂ ਹੀ ਮਾਤਾ ਪਿਤਾ ਤੋਂ ਜਿਹੜੀ ਸਿੱਖੀ ਦੀ ਗੁੜਤੀ ਹੈ ਮਿਲਣਾ ਕਰਦੀ ਹੈ, ਤੇ ਮਹਾਂਪੁਰਖ ਆਪਣੀ ਮਿਆਰੀ ਵਿੱਦਿਆ, ਮਹਾਂਪੁਰਖ ਆਪਣੀ ਮੁੱਢਲੀ ਸਿੱਖਿਆ ਪਿੰਡ ਤੋਂ ਹੀ ਮੀਆਂ ਮੁਹੰਮਦ ਦੀਨ ਦੇ ਪਾਸੋਂ ਪ੍ਰਾਪਤ ਕਰਦੇ ਨੇ। ਤੇ ਮਹਾਂਪੁਰਖ ਫਿਰ ਫਾਜ਼ਿਲਕਾ, ਫਿਰੋਜ਼ਪੁਰ ਦੇ ਲਾਗੇ ਇੱਕ ਜ਼ਿਲ੍ਹਾ, ਅਤੇ ਫਾਜ਼ਿਲਕਾ ਦੇ ਪਾਸੋਂ ਅਤੇ ਫਿਰ ਮਹਾਂਪੁਰਖ ਅੱਗੇ ਜਾ ਕਰ ਕੇ ਲਾਹੌਰ ਤੋਂ ਜਿਹੜੀ ਦੁਨਿਆਵੀ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੀ ਪੜ੍ਹਾਈ ਹੈ, ਅੰਗਰੇਜ਼ੀ ਪੜ੍ਹਾਈ ਪੜ੍ਹਨਾ ਕਰਦੇ ਨੇ। ਤੇ 1901 ਦੇ ਵਿੱਚ ਮਹਾਂਪੁਰਖ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ, ਇੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਤੇ ਇੱਕ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਵਿੱਚ ਹੈ। ਪੰਜਾਬ ਯੂਨੀਵਰਸਿਟੀ ਤੋਂ ਮਹਾਂਪੁਰਖ LLB ਕਰਦੇ ਨੇ, ਅਤੇ ਮਹਾਂਪੁਰਖ LLB ਕਰਨ ਤੋਂ ਬਾਅਦ ਉਸ ਤੋਂ ਬਾਅਦ 2 ਸਾਲ ਗੁਜਰਾਂਵਾਲੇ ਵਿਖੇ ਵਕਾਲਤ ਦੀ ਆਪਣੀ ਸ਼ੁਰੂਆਤ ਕਰਦੇ ਨੇ, ਆਪਣਾ ਕੈਰੀਅਰ ਬਣਾਉਂਦੇ ਨੇ। ਪਰ ਸਤਿਗੁਰੂ ਜੀ ਬਾਣੀ ਵਿੱਚ ਫਰਮਾਉਂਦੇ ਹਨ, ਜਿਹੜੀਆਂ ਰੱਬੀ ਰੂਹਾਂ ਅਵਤਾਰ ਧਾਰਦੀਆਂ ਨੇ ਪਰਉਪਕਾਰ ਕਰਨ ਵਾਸਤੇ, ਉਹਨਾਂ ਦਾ ਦੁਨਿਆਵੀ ਕਾਰ ਵਿਹਾਰਾਂ ਦੇ ਵਿੱਚ ਜਿਹੜੀ ਰੁਚੀ ਆ ਬੜੀ ਘੱਟ ਲੱਗਦੀ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਹਾ ਕੇਰੀ, ਬਿਖਮ ਮਾਰਗ ਚੱਲਣਾ। ਆਮ ਬੱਚਾ ਹੁੰਦਾ ਹੈ, ਉਹ ਆਪਣੀ ਪੜ੍ਹਾਈ ਕਰਕੇ, LLB ਕਰਕੇ, MBBS ਕਰਕੇ ਉਹ ਆਪਣੇ ਕਰੀਅਰ 'ਤੇ ਧਿਆਨ ਦਿੰਦਾ। ਪਰ ਜੋ ਬ੍ਰਹਮ ਗਿਆਨੀ ਹੁੰਦੇ ਹਨ, ਇਹਨਾਂ ਦੀ ਜਿਹੜੀ ਚਾਲ ਹੁੰਦੀ ਹੈ ਸੰਸਾਰ ਦੇ ਨਾਲੋਂ ਵੱਖਰੀ ਹੁੰਦੀ ਹੈ। ਇਹਨਾਂ ਨੇ ਕਰਨੇ ਹੁੰਦੇ ਨੇ ਪਰਉਪਕਾਰ। ਇਹਨਾਂ ਨੇ ਜਿਹੜੀ ਪੜ੍ਹਾਈ ਪੜ੍ਹਨੀ ਹੈ, ਇਹਨਾਂ ਨੇ ਸੋਚਣਾ ਹੁੰਦਾ ਹੈ ਕਿ ਮੇਰੀ ਪੜ੍ਹਾਈ ਦਾ ਮੇਰੇ ਤੋਂ ਇਲਾਵਾ ਮੇਰੇ ਧਰਮ ਨੂੰ ਕੀ ਫਾਇਦਾ, ਮੇਰੇ ਸਮਾਜ ਨੂੰ ਕੀ ਫਾਇਦਾ, ਮੇਰੇ ਦੇਸ਼ ਨੂੰ ਕੀ ਫਾਇਦਾ ਹੈ, ਮੇਰੇ ਗਵਾਂਢੀ ਨੂੰ ਕੀ ਫਾਇਦਾ। ਪਰ ਜਿਹੜੀ ਆਮ ਦੁਨਿਆਵੀ ਪੜ੍ਹਾਈ ਹੈ, ਜਿਹੜਾ ਆਮ ਮਨੁੱਖ ਹੈ, ਉਹ ਪੜ੍ਹਾਈ ਪੜ੍ਹਦਾ ਹੈ ਆਪਣਾ ਕਰੀਅਰ ਬਣਾਉਣ ਵਾਸਤੇ, ਚੰਗੀ ਨੌਕਰੀ ਵਾਸਤੇ, ਚੰਗਾ ਬਿਜ਼ਨਸ ਖੜਾ ਕਰਨ ਵਾਸਤੇ ਕਰਦਾ। ਉਸ ਨੂੰ ਧਰਮ ਨਾਲ, ਉਸ ਨੂੰ ਸਮਾਜ ਨਾਲ, ਉਸ ਨੂੰ ਕੋਈ ਮਤਲਬ ਨਹੀਂ। ਉਹਨੂੰ ਕੇਵਲ ਤੇ ਕੇਵਲ ਆਪਣੇ ਨਾਲ ਮਤਲਬ ਹੈ। ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ। ਪਾਤਸ਼ਾਹ ਜੀ ਕਹਿੰਦੇ ਹਨ, ਰੱਬ ਦੇ ਨਾਮ ਤੋਂ ਇਲਾਵਾ ਜਿਹੜੀ ਨਿਰੀ ਦੁਨਿਆਵੀ ਪੜ੍ਹਾਈ ਪੜ੍ਹਨੀ ਹੈ, ਇਹ ਨਹੀਂ ਦਾਸ ਕਹਿ ਰਿਹਾ ਕਿ ਦੁਨਿਆਵੀ ਪੜ੍ਹਾਈ ਪੜ੍ਹਾਉਣੀ ਛੱਡ ਦਿਓ। ਦੁਨਿਆਵੀ ਪੜ੍ਹਾਈ ਪੜ੍ਹਾਓ, ਪਰ ਆਪਣੇ ਬੱਚਿਆਂ ਨੂੰ ਅਧਿਆਤਮਿਕ ਵਿੱਦਿਆ ਵੀ ਪੜ੍ਹਾਓ। ਆਪਣੇ ਬੱਚਿਆਂ ਨੂੰ ਗੁਰੂ ਘਰ ਆਉਣਾ ਅਤੇ ਸਤ ਸੰਗਤ ਕਿਵੇਂ ਕਰਨੀ, ਸਤ ਸੰਗਤ ਵਿੱਚ ਕਿਵੇਂ ਬੈਠਣਾ ਉੱਠਣਾ, ਅਤੇ ਸਤ ਸੰਗਤ ਕਰਨ ਦੀ ਕੀ ਮਰਿਆਦਾ, ਗੁਰੂ ਘਰ ਦੀ ਸੇਵਾ ਦੀ ਕੀ ਮਰਿਆਦਾ, ਇਹ ਵੀ ਸਿਖਾਉਣੀ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ 52 ਹੁਕਮਨਾਮਿਆਂ ਵਿੱਚੋਂ ਇਹ ਵੀ ਹੈ ਕਿ ਦੁਨਿਆਵੀ ਪੜ੍ਹਾਈ ਵੀ ਪੜ੍ਹਨੀ ਹੈ, ਪਰ ਸਭ ਤੋਂ ਪਹਿਲਾਂ ਆਪਣੇ ਧਰਮ ਦੀ ਗਿਆਤ ਵੀ ਉਸ ਨੂੰ ਹੋਣੀ ਚਾਹੀਦੀ ਹੈ। ਸੋ ਮਹਾਂਪੁਰਖਾਂ ਦਾ LLB ਦੀ ਜਦੋਂ ਵਕਾਲਤ ਕਰਕੇ
LLB ਜਦੋਂ ਕੋਰਸ ਪੂਰਾ ਹੁੰਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਵਕੀਲ। ਤੇ ਬਾਅਦ ਵਿੱਚ ਸੰਗਤ ਜੀ ਜਦੋਂ ਇਸ ਨੂੰ ਲਾਇਸੈਂਸ ਮਿਲ ਜਾਂਦਾ ਕੇਸ ਲੜਨ ਦਾ, ਤੇ ਫਿਰ ਇਹ ਫਿਰ ਵਕੀਲ ਬਣ ਜਾਂਦਾ ਹੈ ਐਡਵੋਕੇਟ। ਐਡਵੋਕੇਟ ਉਸ ਨੂੰ ਕਹਿ ਦਿੰਦੇ ਹਨ ਜਿਹੜਾ ਕਚਹਿਰੀ ਵਿੱਚ ਕੇਸ ਲੜ ਸਕਦਾ ਹੋਵੇ। ਤੇ ਮਹਾਂਪੁਰਖਾਂ ਨੇ 1902 ਦੇ ਵਿੱਚ ਜਿਹੜੀ ਵਕਾਲਤ ਹੈ ਗੁਜਰਾਂਵਾਲੇ ਵਿਖੇ ਕਰਨੀ ਸ਼ੁਰੂ ਕੀਤੀ। ਪਰ ਜਿਹੜੀ ਦੁਨਿਆਵੀ ਵਕਾਲਤ ਹੈ ਜਿਸ ਵਿੱਚ ਮਹਾਂਪੁਰਖਾਂ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਅਨੁਸਾਰ ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਡਰਿਆ, ਝੂਠ ਕਹਿੰਦੇ ਹਨ ਝੂਠ ਇੰਨਾ ਪਸਰ ਚੁੱਕਾ ਹੈ, ਝੂਠ ਅਮਾਵਸ ਜਿਹੜਾ ਝੂਠ ਹੈ ਅਮਾਵਸ ਦੀ ਰਾਤ ਵਰਗਾ ਹੋ ਚੁੱਕਿਆ, ਅਤੇ ਜਿਹੜਾ ਚੰਦਰਮਾ ਹੈ ਇਹ ਸੱਚ ਦੀ ਨਿਆਈ ਹੈ। ਤੇ ਜਿਵੇਂ ਅਮਾਵਸ ਦੀ ਰਾਤ ਦੇ ਵਿੱਚ ਚੰਦਰਮਾ ਨਹੀਂ ਦਿਖਾਈ ਦਿੰਦਾ, ਅਜੋਕੇ ਸਮੇਂ ਜਿਹੜਾ ਸੱਚ ਹੈ ਵਕਾਲਤ ਦੇ ਵਿੱਚੋਂ ਦੁਨਿਆਵੀ ਕਾਰ ਵਿਹਾਰਾਂ ਦੇ ਵਿੱਚੋਂ ਅਲੋਪ ਹੁੰਦਾ ਦਿਖਾਈ ਦਿੱਤਾ। ਤੇ ਮਹਾਂਪੁਰਖਾਂ ਨੂੰ ਉਪਰਾਮਤ ਆਈ ਕਿ ਇਹੋ ਜਿਹੀ ਵਕਾਲਤ ਮੈਂ ਕਰਨੀ ਕੀ ਹੈ ਜਿਸ ਦੇ ਨਾਲ ਮੈਂ ਆਪਣੇ ਘਰ ਭਵਾਂ, ਜਿਸ ਦੇ ਨਾਲ ਮੈਂ ਆਪਣੇ ਘਰ ਭਰਾਂ, ਪਰ ਮੇਰੇ ਸਮਾਜ ਨੂੰ ਮੇਰੇ ਧਰਮ ਨੂੰ ਕੀ ਫਾਇਦਾ ਆ। ਤੇ ਮਹਾਂਪੁਰਖਾਂ ਨੂੰ ਉਪਰਾਮਤਾ ਹੋ ਗਈ। ਤੇ ਉਸ ਸਮੇਂ ਸੰਗਤ ਜੀ 1902 ਦੇ ਵਿੱਚ ਉਸ ਸਮੇਂ ਪੰਜਾਬ ਅਤੇ ਹਿੰਦੁਸਤਾਨ ਪਾਕਿਸਤਾਨ ਨਹੀਂ ਸੀ ਬਣਿਆ। ਤੇ ਉਸ ਸਮੇਂ ਜਿਹੜਾ ਸਰਬ ਹਿੰਦ ਲੂਣ ਦੀਆਂ ਖਦਾਨਾਂ ਦਾ ਜਿਹੜਾ ਕੇਂਦਰੀ ਮੰਤਰਾਲਾ ਸੀ, ਇਸ ਦੇ ਜਿਹੜੇ ਇਮਤਿਹਾਨ ਹੋਏ ਤੇ ਮਹਾਂਪੁਰਖਾਂ ਨੇ 1902 ਦੇ ਵਿੱਚ ਪੇਪਰ ਦਿੱਤਾ। ਜਿਵੇਂ ਸਾਡੇ ਬੱਚੇ IPS ਦਾ ਪੇਪਰ ਦਿੰਦੇ ਨੇ, UPSC ਦਾ, IAS ਦਾ ਪੇਪਰ ਦਿੰਦੇ ਨੇ। ਉਸ ਸਮੇਂ ਮਹਾਂਪੁਰਖਾਂ ਨੇ ਇਹ ਜਿਹੜਾ ਪੇਪਰ ਹੈ ਉਸ ਸਮੇਂ ਸਰਕਾਰੀ ਨੌਕਰੀ ਵਾਸਤੇ ਭਰਨਾ ਕੀਤਾ। ਤੇ ਪੂਰੇ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਤੇ ਆ ਕਰਕੇ ਮਹਾਂਪੁਰਖਾਂ ਨੂੰ ਇਹ ਜਿਹੜੀ ਨੌਕਰੀ ਮਿਲੀ। ਤੇ ਇਸ ਨੌਕਰੀ ਦਾ ਮੁੱਖ ਮਕਸਦ ਸੀ ਕਿ ਜਿਹੜੀਆਂ ਕੁਦਰਤੀ ਸਰੋਤਾਂ ਦੇ ਸਹਿਤ ਭਰਪੂਰ ਜਿਹੜੀਆਂ ਨਮਕ ਦੀਆਂ ਖਦਾਨਾਂ ਹਨ ਇਹਨਾਂ ਦੀ ਰਖਵਾਲੀ ਕਰਨੀ। ਤੇ ਜਿਹੜਾ ਇਹਨਾਂ ਖਦਾਨਾਂ ਦੀ ਤਾਈਂ ਨਮਕ ਚਰਾਉਂਦਾ ਹੈ ਤੇ ਨਮਕ ਜਿਹੜਾ ਵੇਚਦਾ ਹੈ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਨੀ। ਹੁਣ ਮਹਾਂਪੁਰਖ ਆਪਣੀ ਡਿਊਟੀ ਵਿੱਚ ਨਿਯੁਕਤ ਹੋਏ ਨੇ। ਤੇ ਜਦੋਂ ਵੇਖਣਾ ਕਰਦੇ ਹਨ ਸਰਕਾਰ ਨੇ ਆਮ ਜਿਹੜੀ ਜਨਤਾ ਦਾ ਜਿਹੜਾ ਜੀਵਨ ਬੜਾ ਖਰਾਬ ਕੀਤਾ ਆ, ਕਦਰਾਂ ਕੀਮਤਾਂ ਨਹੀਂ ਹਨ ਸਮਾਜ ਦੇ ਵਿੱਚ ਆਮ ਵਿਅਕਤੀ ਦੀਆਂ। ਤੇ ਉਸ ਸਮੇਂ ਸੰਗਤ ਜੀ ਇੰਨਾ ਜ਼ਿਆਦਾ ਭ੍ਰਿਸ਼ਟਾਚਾਰ ਸੀ ਤੇ ਜਿਹੜੇ ਗਰੀਬ ਲੋਕ ਸਨ ਉਹ ਮਜਬੂਰਨ ਤੌਰ ਤੇ ਜਿਹੜਾ ਨਮਕ ਸਨ ਸਰਕਾਰੀ ਖਜ਼ਾਨਾਂ ਦੇ ਵਿੱਚੋਂ ਮਾਰੀ ਦੀਆਂ ਲੈ ਕਰਕੇ ਤੇ ਫਿਰ ਉਸ ਨੂੰ ਵੇਚਦੇ ਸਨ। ਤੇ ਉਸ ਸਮੇਂ ਮਹਾਂਪੁਰਖ ਜਿਨ੍ਹਾਂ ਨੂੰ ਆਪਣੇ ਪਰਿਵਾਰ ਦੇ ਵਿੱਚੋਂ ਹੀ ਦਇਆਲੰ ਸਰਬਤਰ ਜੀਆ ਪੰਚ ਦੋਖ ਬੇਵਰਜਿਤ ਹੈ। ਤੇ ਸਾਧੂ ਸਤਪੁਰਸ਼ਾਂ ਦਾ ਗੁਣ ਹੁੰਦਾ, ਕਿਉਂਕਿ ਆਮ ਮਨੁੱਖ ਕਿਸੇ ਤੇ ਦਇਆ ਨਹੀਂ ਜੇ ਕਰਦਾ। ਆਮ ਜਿਹੜਾ ਮਨੁੱਖ ਹੁੰਦਾ ਹੈ ਚੋਰ ਨੂੰ ਚੋਰੀ ਕਰਨ ਤੇ ਫੜ ਕਰਕੇ ਉਸ ਨੂੰ ਆਪਣਾ ਕੈਰੀਅਰ ਬਣਾਉਣ ਵਾਸਤੇ ਵਰਤਦਾ ਹੈ, ਅਫਸਰਾਂ ਕੋਲ ਪੇਸ਼ ਕਰਦਾ। ਕਿਉਂਕਿ ਸਾਧੂ ਸਤਪੁਰਸ਼ ਹੀ ਬੰਦੇ ਦੇ ਜੀਵਨ ਦੇ ਉੱਪਰ ਜਿਹੜਾ ਪਰਦਾ ਹੈ ਪਾਉਣਾ ਕਰਦਾ। ਕਦੀ ਬੰਦੇ ਦੇ ਪਰਦੇ ਕਦੀ ਨਹੀਂ ਪਾਉਂਦਾ, ਬੰਦਾ ਬੰਦੇ ਦੇ ਪਰਦੇ ਜ਼ਾਹਰ ਕਰਦਾ। ਪਰ ਜਿਹੜੇ ਪੂਰਨ ਬ੍ਰਹਮ ਗਿਆਨੀ ਹਨ ਇਹ ਸੰਗਤ ਜੀ ਔਗਣ ਹਾਰਿਆਂ ਦੇ ਵੀ ਪਰਦੇ ਪਾਉਣਾ ਕਰਦੇ ਨੇ। ਤੇ ਜਦੋਂ ਮਹਾਂਪੁਰਖਾਂ ਨੇ ਆਮ ਲੋਕਾਂ ਵੱਲ ਵੇਖਿਆ ਕਿ ਆਪਣਾ ਗੁਜ਼ਾਰਾ ਚਲਾਉਣ ਵਾਸਤੇ ਜਿਹੜੇ ਕੁਝ ਲੋਕ ਹਨ ਉਹ ਨਮਕ ਦੀਆਂ ਖਜ਼ਾਨਾਂ ਦੇ ਵਿੱਚ ਨਮਕ ਵੇਚਦੇ ਨੇ, ਤੇ ਮਹਾਂਪੁਰਖਾਂ ਨੂੰ ਐਸੀ ਉਪਰਾਮਤ ਹੋਈ। ਤੇ ਉਸ ਸਮੇਂ ਮਹਾਂਪੁਰਖਾਂ ਨੇ ਇਹ ਵੀ ਜਿਹੜੀ ਨੌਕਰੀ ਆ ਛੱਡ ਦਿੱਤੀ। ਵਿਰਾਗ ਆ ਗਿਆ ਕਿ ਮੈਂ ਹੁਣ ਕਿਸੇ ਦਾ ਗਲ ਘੋਟ ਕਰਕੇ ਮੈਂ ਆਪਣਾ ਜਿਹੜਾ ਘਰ ਮੇਥੋਂ ਨਹੀਂ ਭਰ ਹੋਣੇ। ਕਿਉਂਕਿ ਬਾਣੀ ਦੇ ਮਹਾਵਾਕ ਹਨ ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤੰਦਾ। ਇਹ ਉਸ ਨੂੰ ਗੁੜਤੀ ਆਪਣੇ ਮਾਤਾ ਪਿਤਾ ਤੋਂ ਮਿਲੀ, ਆਪਣੇ ਦਾਦੇ ਤੋਂ ਮਿਲੀ ਹੈ। ਕਿਉਂਕਿ ਦਾਦਾ ਜੀ ਸਨ ਪਰਉਪਕਾਰੀ, ਲੋੜਵੰਦਾਂ ਦੀ ਮਦਦ ਕਰਦੇ ਸਨ। ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵੰਦਾ। ਇਹ ਸਿੱਖਾਂ ਦਾ ਨਿਯਮ ਹੈ ਕਿ ਭਾਵੇਂ ਆਪਣੇ ਪਾਸ ਢਿੱਡ ਭਰਨ ਜੋਗੀ ਜਿਹੜੀ ਰੋਟੀ ਵੀ ਨਾ ਹੋਵੇ, ਪਰ ਜਿਹੜਾ ਉਹਨਾਂ ਦੇ ਦਰ ਤੇ ਆ ਕਰਕੇ ਮੰਗਦਾ ਹੈ ਸਿੱਖ ਕਦੀ ਉਹਨੂੰ ਵਿਅਰਥ ਨਹੀਂ ਜਾਣ ਦਿੰਦੇ।
सो इस वास्ते महापुरखा ने ये जिहड़ी नौकरी छड्ड देना कीती ते फिर उस समय खालसा कालज श्री अमृतसर साहिब विखे, हुण खालसा कालज अमृतसर साहिब विखे सरदार सुंदर सिंह मजीठिया उस समय खालसा कालज के प्रधान सन ते महापुरखों दे उन्हां दे नाल राबता कायम होया ते महापुरखों की चंगी पढ़ाई वेख करके उस समय महापुरखों नूं सरदार सुंदर सिंह मजीठिया ने खालसा कालज का वाइस प्रिंसीपल इस दी नियुक्ति वजों नियुक्ति पत्र देना किया ते महापुरखों ने 1904 दे विच खालसा कालज दे विच बतौर वाइस प्रिंसीपल की जिहड़ी सेवा है संभालनी शुरू की ते काफ़ी लम्मा समा सेवा भी करते रहते हैं। जिवें हुण गुरमुखां प्यारियां दा मिलाप हुंदा, हुण उस समय संगत जी श्री अमृतसर साहिब विखे श्रीमान संत बाबा अतर सिंह जी महाराज, श्रीमान संत ज्ञानी बाबा शाम सिंह जी, वो भी लक बन करके सिੱਖੀ ਦਾ ਜਿਹੜਾ प्रचार प्रसार कर रहे सन ते हर रोज़ रात्रि के ਜਿਹੜੇ ਦੀਵਾਨ सन श्री अमृतसर साहिब विखे ਲੱਗਿਆ ਕਰਦੇ सन ते खालसे कालज के ਜਿਹੜੇ विद्यार्थी सन ਤਾਂ ਜਿਹੜੇ संगी साथी सन ਉਹ ਇਹਨਾਂ ਦੀਵਾਨਾਂ ਦੇ ਵਿੱਚ ਹਾਜ਼ਰੀ ਭਰਿਆ ਕਰਦੇ सन। ਬਾਣੀ ਦੇ ਮਹਾਵਾਕ ਹਨ कि भाई जेकर बंदे ने इस संसार रूपी भाव सागर तो तरना है तो सब तो सौखा तरीका है संतां दी शरण विच आ जा। बाणी दे महावाक हन त्रिग स्नेहं, कहते हैं वो स्नेह, स्नेह कहते ने प्रेम नूं, त्रिग मात पिता स्नेहं, त्रिग स्नेहं भरात बांधवै है, त्रिग स्नेहं बनता बिलास सुत है, त्रिग स्नेहं गिरहार्थ कह, साध संग स्नेह सत्यं सुख्यं बसंत नानक है। हे भाई साधु सतपुरुषां दी संगत दे नाल जिहड़ा प्रेम करना है इहो ही सच्चा, संतां संग निधान अमृत चाखिया। सो भाई जो नाम अमृत है संतां दी संगत दे विचों ही प्राप्त हुंदा। पातशाह जी बाणी दे विच बेअंत प्रमाण देना करते हैं भाई, गोबिंद नाम जपंत मिल साध संग है, नानक से प्राणी सुख बासन है। सो भाई जेड़ा प्राणी साधु सतपुरुषों के नाल मिल करके हर जस नूं गायन करता है तो सतगुरु सच्चे पातशाह जी कहते हैं उसनूं लोक परलोक दे विच सुख मिलते हैं। जिवें आप जी अक्सर ही आरती दे जदों गुरु के रागी सिंह आरती लाउंदे ने किड्डा प्यारा शब्द पढ़ते हैं, संत जना मिल हर जस गायो, कोट जन्म के दुख गवायो। करोड़ां जन्मां दे जिहड़े दुख हन साधु सतपुरुषां दी संगत विच हर जस करन दे नाल दूर हो जांदे ने। पर संत भी पूरे होण ते पूरे संत सन उस समय सत्कारयोग संत ज्ञानी बाबा शाम सिंह जी ते श्रीमान संत बाबा अतर सिंह जी महाराज उस समय दीवान लगाया करते सन। ते उस समय विद्यार्थियों ने संगी साथियों ने बेनती की कि आओ सर किरपा करके हुण महापुरखों की कथा के दीवान चल रहे हैं तो तुसीं उन्हां दीवानां दे विच हाज़री भरो। तो महापुरखों की कथा के जदों सरवण करते हैं, अमृत कथा संत संग सुनवा झरहै काम क्रोध दृष्टाई। जिस वक्त पहली बार श्री अमृतसर साहिब की धरती ते श्रीमान संत बाबा शाम सिंह जी की रसना तो सतगुरां जी का हर जस सरवण करते हैं ना संगत जी, तो उस समय गुरु घर दे नाल जिहड़ा प्रेम है पहला नाल भी वध जांदा। दशा ऐसी मस्तानी हो जाती है। धन श्री गुरु ग्रंथ साहिब सच्चे पातशाह जी ने जदों भी डंडौत बंधन करते हैं तो काफ़ी लंबे समय डंडौत बंधना ही करते रहते सन, तो जिहड़े विद्यार्थी सन महापुरखां नूं बाहों फड़ के ठाया करते सन। इन्नी दशा मस्तानी हो जाती सी, इन्ना ज़्यादा जिहड़ी लगन सी लग गई। तो महापुरखों की संगत करन करके धन श्री गुरु ग्रंथ साहिब सच्चे पातशाह जी की छत्र छाया हेठ दीवानां दे विच हाज़री भरन करके सत संगत का फल ये मिलिया कि 1904 दे विच ही उस समय खालसा कालज का जिहड़ा अंग्रेज प्रिंसीपल सी वो इंग्लैंड चलिया जांदा है। ते बाद विच जिन्नी भी उस समय प्रोफैसरां की मीटिंग बैठती है तो फिर सत्कारयोग संत बाबा तेजा सिंह जियां दे ताई
ਇਹ ਜਿਹੜੀ ਪ੍ਰਿੰਸੀਪਲ ਦਾ ਜਿਹੜੀ ਪਦਵੀ ਹੈ ਇਹ ਫਿਰ ਮਹਾਂਪੁਰਖਾਂ ਨੂੰ ਦੇ ਕਰਕੇ ਨਿਵਾਜਣਾ ਕਰਦੇ ਨੇ। ਹੁਣ ਮਹਾਂਪੁਰਖ ਖਾਲਸੇ ਕਾਲਜ ਦੇ ਪ੍ਰਿੰਸੀਪਲ ਵਜੋਂ ਆਪਣੀਆਂ ਸੇਵਾਵਾਂ ਜਾਰੀ ਕਰਦੇ ਨੇ। ਤੇ ਹੁਣ ਸੰਤਾਂ ਦੇ ਤਾਈਂ ਦਰਸ਼ਨ ਕਰਨ ਦੀ ਜਿਹੜੀ ਤਾਂਘ ਹੈ ਬਣੀ ਰਹਿੰਦੀ ਹੈ। ਤੇ ਉਸ ਸਮੇਂ ਸੰਗਤ ਜੀ ਲਾਹੌਰ ਵਿਖੇ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਜੁਟੇ ਹੋਏ ਸਨ। ਤੇ ਉਸ ਸਮੇਂ ਸਤਿਕਾਰਯੋਗ ਡਾਕਟਰ ਜੋਧ ਸਿੰਘ ਜੀ ਮਹਾਂਪੁਰਖਾਂ ਦੇ ਚੰਗੇ ਮਿੱਤਰ ਸਨ। ਤੇ ਮਹਾਂਪੁਰਖਾਂ ਨੂੰ ਕਹਿਣਾ ਕੀਤਾ ਕਿ ਹੁਣ ਸਤਿਕਾਰਯੋਗ ਮਹਾਂਪੁਰਖਾਂ ਦੇ ਦੀਵਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਹੁਣ ਲਾਹੌਰ ਵਿਖੇ ਸੱਜ ਰਹੇ ਹਨ, ਕਿਉਂ ਨਾ ਉਹਨਾਂ ਦੀਵਾਨਾਂ ਦੇ ਵਿੱਚ ਵੀ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲਾ ਕੀਤਾ ਜਾਏ। ਸੋ ਸੰਗਤ ਜੀ ਬਾਣੀ ਦੇ ਮਹਾਵਾਕ ਹਨ ਕਿ ਜਦੋਂ ਵੀ ਸੰਗਤ ਮਿਲੇ ਨਾ, ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਿਆ। ਸੋ ਭਾਈ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਦੀ ਸੰਗਤ ਕਰਕੇ ਰੱਬ ਦੇ ਨਾਲ ਪ੍ਰੇਮ ਬਣਿਆ ਰਵੇ, ਗੁਰੂ ਘਰ ਦੇ ਨਾਲ ਬੰਦਾ ਜੁੜਿਆ ਰਵੇ, ਉਹਨਾਂ ਸੰਗਤਾਂ ਦੀ ਉਹਨਾਂ ਪਿਆਰਿਆਂ ਦੀ ਕਦੀ ਜਿਹੜੀ ਸੰਗਤ ਹੈ ਤਿਆਗਣੀ ਨਹੀਂ ਚਾਹੀਦੀ। ਸੋ ਭਾਈ ਇਸੇ ਕਰਕੇ ਆਪਾਂ ਅਰਦਾਸ ਵਿੱਚ ਵੀ ਕਹਿਣਾ ਕਰਦੇ ਹਾਂ, ਸਹੀ ਪਿਆਰੇ ਮੇਲ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚਿਤਾਵੈ। ਸੋ ਭਾਈ ਸਾਨੂੰ ਉਹਨਾਂ ਪਿਆਰਿਆਂ ਦੇ ਨਾਲ ਮੇਲ ਜਿਨ੍ਹਾਂ ਦੇ ਨਾਲ ਹੇ ਗੁਰੂ ਨਾਨਕ ਤੇਰਾ ਹੀ ਨਾਮ ਚਿਤਾਵੇ। ਤੇ ਉਸ ਸਮੇਂ ਭਾਈ ਡਾਕਟਰ ਜੋਧ ਸਿੰਘ ਜੀ ਮਹਾਂਪੁਰਖਾਂ ਨੂੰ ਆਪਣੇ ਨਾਲ ਲੈ ਕਰਕੇ ਲਾਹੌਰ ਵਿਖੇ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀਆਂ ਦੇ ਤਾਈਂ ਮਿਲਣਾ ਕਰਦੇ ਨੇ। ਤੇ ਉਸ ਸਮੇਂ ਇਹ ਖਾਲਸਾ ਕਾਲਜ ਦੇ ਪ੍ਰਿੰਸੀਪਲ ਹਨ। ਤੇ ਜਦੋਂ ਆਪਣੀ ਪਵਿੱਤਰ ਦ੍ਰਿਸ਼ਟੀ ਮਹਾਂਪੁਰਖ ਸੰਤ ਬਾਬਾ ਤੇਜਾ ਸਿੰਘ ਜੀਆਂ ਦੇ ਪਾਉਂਦੇ ਸਨ, ਤੇ ਉਸ ਵਕਤ ਸੰਗਤ ਜੀ ਐਸਾ ਜਿਹੜਾ ਪ੍ਰੇਮ ਹੈ ਉਹਨਾਂ ਦੇ ਹਿਰਦੇ ਦੇ ਵਿੱਚ ਲੱਗ ਜਾਂਦਾ ਹੈ ਕਿ ਜਿਹੜਾ ਸਦਾ ਵਾਸਤੇ ਆਪਣੇ ਆਪ ਨੂੰ ਸਮਰਪਿਤ ਬਾਣੀ ਦੇ ਮਹਾਵਾਕ ਹਨ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵਿੱਚ ਆਈ, ਤਨ ਮਨ ਕਾਟ ਕਾਟ ਕਰ ਅਰਪੀ ਵਿੱਚ ਅਗਨੀ ਆਪ ਜਲਾਈ, ਦਰਸ਼ਨ ਹਰ ਦੇਖਣ ਕੈ ਤਾਈ। ਸੋ ਭਾਈ ਮਹਾਂਪੁਰਖਾਂ ਦੇ ਤਾਈਂ ਜਦੋਂ ਪਹਿਲੀ ਵਾਰ ਦਰਸ਼ਨ ਹੁੰਦੇ ਨੇ ਤੇ ਮਹਾਂਪੁਰਖ ਸੰਤ ਬਾਬਾ ਤੇਜਾ ਸਿੰਘ ਜੀਆਂ ਦੇ ਵੱਲ ਵੇਖ ਕਰਕੇ ਦ੍ਰਿਸ਼ਟੀ ਮਾਰ ਕਰਕੇ ਉਸ ਸਮੇਂ ਕਹਿਣਾ ਕਰਦੇ ਹਨ, ਭਾਈ ਇਹ ਤਾਂ ਪ੍ਰੇਮੀ ਹੈ। ਇਹ ਬਚਨ ਕਹਿ ਕਰਕੇ ਸੰਬੋਧਨ ਕੀਤਾ। ਸੋ ਮਹਾਂਪੁਰਖਾਂ ਦੀ ਸ਼ਰਨ ਵਿੱਚ ਕੁਝ ਦਿਨ ਰਹਿਣਾ ਕਰਦੇ ਹਨ। ਤੇ ਫਿਰ ਮਹਾਂਪੁਰਖਾਂ ਦੀ ਐਸੀ ਜਿਹੜੀ ਸੰਗਤ ਹੈ ਲੱਗਣਾ ਕਰਦੀ ਹੈ ਜਿਵੇਂ ਭਗਤ ਕਬੀਰ ਜੀ ਬੜਾ ਪਿਆਰਾ ਸ਼ਬਦ ਉਚਾਰਦੇ ਹਨ। ਉਹ ਕਹਿੰਦੇ ਹਨ ਕਿ ਜੇਕਰ ਸੰਗਤ ਕਰਨੀ ਆ ਸੰਤਾਂ ਦੀ ਕਰੋ, ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ। ਹੇ ਭਾਈ ਜੇਕਰ ਸੇਵਾ ਕਰਨੀ ਹੈ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਕਰ, ਤੇ ਜੇਕਰ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਨਹੀਂ ਪ੍ਰਾਪਤ ਹੋ ਰਹੀ ਤਾਂ ਜਿਹੜੇ ਸੰਤ ਜਨ ਹਨ ਉਹ ਵੀ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹਨ। ਹਰ ਕਾ ਸੰਤ ਹਰ ਕੀ ਹਰ ਮੂਰਤ, ਜਿਸ ਹਿਰਦੈ ਹਰ ਨਾਮ ਮੁਰਾਰ। ਸੋ ਭਾਈ ਐਸੇ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਸੰਗਤ ਕਰ ਜਿਸ ਦੇ ਵਿੱਚ ਤੇ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਭੇਦ ਹੀ ਨਾ ਹੋਵੇ। ਕਿਉਂਕਿ ਸੰਗਤ ਜੀ ਮਹਾਂਪੁਰਖਾਂ ਦੀ ਰਸਨਾ ਦੇ ਬਚਨ ਹਨ, ਸਾਧੂ ਸਤਪੁਰਸ਼ਾਂ ਦੇ ਸਰੀਰ ਦੇ 5 ਅੰਗਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਵਸਦਾ। ਇੱਕ ਮਹਾਂਪੁਰਖਾਂ ਦੀ ਦ੍ਰਿਸ਼ਟੀ ਦੇ ਵਿੱਚ ਵਸਣਾ ਕਰਦਾ, ਇੱਕ ਮਹਾਂਪੁਰਖਾਂ ਦੇ ਪਵਿੱਤਰ ਚਰਨਾਂ ਕਮਲਾਂ ਦੇ ਵਿੱਚ ਵਸਣਾ ਕਰਦਾ ਹੈ, ਤੇ ਇੱਕ ਮਹਾਂਪੁਰਖਾਂ ਦੇ ਕਰ ਕਮਲਾਂ ਦੇ ਵਿੱਚ ਵਸਦਾ। ਇੱਕ ਅਕਾਲ ਪੁਰਖ ਵਾਹਿਗੁਰੂ ਮਹਾਂਪੁਰਖਾਂ ਦੀ ਰਸਨਾ ਤੇ ਵਸਦਾ। ਬਾਣੀ ਦੇ ਮਹਾਵਾਕ ਹਨ, ਪ੍ਰਭ ਜੀ ਬਸ ਹੈ ਸਾਧ ਕੀ ਰਸਨਾ। ਤੇ ਭਾਈ ਇੱਕ ਅਕਾਲ ਪੁਰਖ ਵਾਹਿਗੁਰੂ ਸੰਤਾਂ ਦੇ ਹਿਰਦੇ ਤੇ ਵਸਦਾ। ਹਰ ਕਾ ਸੰਤ ਹਰ ਕੀ ਹਰ ਮੂਰਤ, ਜਿਸ ਹਿਰਦਾ ਹਰ ਨਾਮ ਮੁਰਾਰ। ਹਿਰਦਾ ਕਹਿੰਦੇ ਹਨ ਦਿਲ ਨੂੰ, ਜਿਸ ਦੇ ਦਿਲ ਦੇ ਵਿੱਚ ਵੀ ਧੰਨ ਗੁਰੂ ਨਾਨਕ ਦਾ ਨਾਮ ਹੈ। ਐਸੇ ਪੁੱਜੇ ਹੋਏ ਬ੍ਰਹਮ ਗਿਆਨੀ ਦੀ ਜਦੋਂ ਸੰਗਤ ਕੀਤੀ ਤਾਂ ਉਸ ਸਮੇਂ ਭਗਤ ਕਬੀਰ ਜੀ ਕਹਿੰਦੇ ਹਨ, ਭਾਈ ਜਿਨ੍ਹਾਂ ਐਸੇ ਮਹਾਂਪੁਰਖਾਂ ਦੀ ਸੰਗਤ ਕੀਤੀ ਹੈ ਤਾਂ ਉਸ ਸਮੇਂ ਭਗਤ ਕਬੀਰ ਜੀ ਬਾਣੀ ਦਾ ਬੜਾ ਪਿਆਰਾ ਸ਼ਬਦ ਉਚਾਰਦੇ ਹਨ। ਕਹਿੰਦੇ ਹਨ, ਸੰਤਾਂ ਸੰਗ ਕਬੀਰਾ ਬਿਗੜਿਓ, ਸੋ ਕਬੀਰਾ ਰਾਮਾ ਹੋਏ ਨਿਬਰਿਓ।
ਇੱਕ ਬੜੀ ਸੌਖੀ ਜਿਹੀ ਉਦਾਹਰਨ ਦਿੰਦੇ ਹਨ। ਉਹ ਕਹਿੰਦੇ ਹਨ ਗੰਗਾ ਕੈ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਏ ਨਿਬਰੀ। ਉਹ ਕਹਿੰਦੇ ਹਨ ਇੱਕ ਨਦੀ ਹੈ, ਉਸ ਦਾ ਜਿਹੜਾ ਮਿਲਾਪ ਹੈ ਗੰਗਾ ਦੇ ਨਾਲ ਹੋ ਗਿਆ, ਤੇ ਜਿਹੜੀ ਨਦੀ ਸੀ ਉਸ ਨੂੰ ਵੱਖਰੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ, ਪਰ ਜਦੋਂ ਗੰਗਾ ਦੇ ਵਿੱਚ ਮਿਲ ਗਈ ਤੇ ਗੰਗਾ ਦਾ ਰੂਪ ਹੀ ਹੋ ਗਈ। ਤੇ ਜਿਹੜਾ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਹੁੰਦੇ ਹਨ, ਜਦੋਂ ਕੋਈ ਉਹਨਾਂ ਦੀ ਸੰਗਤ ਕਰਦਾ ਹੈ ਤਨ ਮਨ ਧਨ ਦੇ ਨਾਲ, ਤਾਂ ਭਾਈ ਉਹ ਵੀ ਉਸ ਸੰਤਾਂ ਦਾ ਰੂਪ ਹੀ ਹੋ ਜਾਂਦਾ। ਤੇ ਭਗਤ ਕਬੀਰ ਜੀ ਬਾਣੀ ਦੇ ਵਿੱਚ ਇੱਕ ਹੋਰ ਬੜੀ ਪਿਆਰੀ ਜੀ ਉਦਾਹਰਨ ਦਿੰਦੇ ਹਨ। ਉਹ ਕਹਿੰਦੇ ਹਨ ਪਾਰਸ ਕੈ ਸੰਗ ਤਾਂਬਾ ਬਿਗਰਿਓ, ਸੋ ਤਾਂਬਾ ਕੰਚਨ ਹੋਏ ਨਿਬਰਿਓ। ਉਹ ਕਹਿੰਦੇ ਨੇ ਪੂਰਨ ਬ੍ਰਹਮ ਗਿਆਨੀ ਦੀ ਸੰਗਤ ਐਦਾਂ ਦੀ ਹੈ ਕਿ ਜਿਵੇਂ ਇੱਕ ਪਾਰਸ ਤੇ ਸਾਖਤ ਪੁਰਸ਼ ਹੋਵੇ ਤਾਂਬੇ ਦੀ ਨਿਆਈ। ਹੁਣ ਪਾਰਸ ਦੇ ਵਿੱਚ ਇਹ ਗੁਣ ਹੈ ਕਿ ਉਹ 7 ਪ੍ਰਕਾਰ ਦੀਆਂ ਧਾਤਾਂ ਦੇ ਨਾਲ ਛੋ ਜਾਏ ਤਾਂ ਉਹ ਧਾਤਾਂ ਵੀ ਸੋਨਾ ਬਣ ਜਾਂਦੀਆਂ ਹਨ। ਤੇ ਪੂਰਨ ਬ੍ਰਹਮ ਗਿਆਨੀ ਦੀ ਜਿਹੜਾ ਕੋਈ ਸੰਗਤ ਕਰਦਾ ਹੈ ਉਹ ਵੀ ਪੂਰਨ ਬ੍ਰਹਮ ਗਿਆਨੀ ਹੀ ਬਣ ਜਾਂਦਾ। ਤੇ ਅਗਲੀ ਉਦਾਹਰਨ ਦਿੰਦੇ ਹਨ ਇੱਕ ਚੰਦਨ ਦੇ ਦਰਖਤ ਦੀ। ਉਹ ਕਹਿੰਦੇ ਹਨ ਸੋ ਤਰਵਰ ਚੰਦਨ ਹੋਏ ਨਿਬਰਿਓ। ਉਹ ਕਹਿੰਦੇ ਹਨ ਇੱਕ ਦਰਖਤ ਹੈ ਤੇ ਜਿਹੜਾ ਬਾਵਣ ਚੰਦਨ ਹੈ ਸੰਗਤ ਜੀ, ਇਹ 52 ਉਂਗਲਾਂ ਜਿੰਨਾ ਹੁੰਦਾ, 52 ਉਂਗਲਾਂ ਜਿੰਨਾ ਉੱਚਾ ਇਹ ਦਰਖਤ ਹੁੰਦਾ ਹੈ। ਤੇ ਇਸ ਦੀ ਜਿਹੜੀ ਮਹਿਕ ਹੈ ਇਹ ਹੋਰਨਾਂ ਦਰਖਤਾਂ ਦੀ ਤਾਈਂ ਵੀ ਉਹਨਾਂ ਨੂੰ ਚੰਦਨ ਬਣਾਉਣ ਦੀ ਸਮਰੱਥਾ ਵਾਲੀ ਇਸ ਦੀ ਮਹਿਕ ਹੁੰਦੀ ਹੈ। ਇਹ ਹੋਰਨਾਂ ਦਰਖਤਾਂ ਨੂੰ ਹੀ ਆਪਣੇ ਵਰਗਾ ਚੰਦਨ ਬਣਾ ਦਿੰਦੀ ਹੈ। ਸੋ ਭਾਈ ਮਹਾਂਪੁਰਖ ਵੀ ਚੰਦਨ ਦੀ ਨਿਆਈ ਹੁੰਦੇ ਹਨ, ਆਪ ਵੀ ਵਿਸ਼ੇ ਵਿਕਾਰਾਂ ਦੇ ਵੱਲੋਂ ਇਹਨਾਂ ਦਾ ਮਨ ਜਿਹੜਾ ਠਰਿਆ ਹੋਇਆ ਹੁੰਦਾ। ਇਹਨਾਂ ਦਾ ਜਿਹੜਾ ਮਨ ਹੈ, ਇਹਨਾਂ ਦਾ ਜਿਹੜਾ ਹਿਰਦਾ ਹੈ, ਵਿਸ਼ੇ ਵਿਕਾਰਾਂ ਦੀ ਅਗਨੀ ਦਾ ਇਹਨਾਂ ਨੂੰ ਸੇਕ ਨਹੀਂ ਲੱਗਦਾ। ਤੇ ਆਮ ਜਿਹੜਾ ਮਨੁੱਖ ਹੈ ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਲਾਏ। ਤੇ ਪਰ ਵੇਖ ਲੈਣਾ ਕਰੋ ਜਿਹੜੇ ਬ੍ਰਹਮ ਗਿਆਨੀ ਹੁੰਦੇ ਹਨ ਵਿਸ਼ੇ ਵਿਕਾਰਾਂ ਦੇ ਵੱਲੋਂ ਆਪਣੇ ਮਨ ਨੂੰ ਸ਼ਾਂਤ ਕੀਤਾ ਹੁੰਦਾ ਇਹਨਾਂ ਨੇ। ਪੰਚ ਦੋਖ ਬੇਵਰਜਿਤ ਹੈ। ਮਹਾਰਾਜ ਬਾਣੀ ਦੇ ਵਿੱਚ ਫਰਮਾਉਂਦੇ ਹਨ 4 ਬਰਨ ਚੌਹਾਂ ਕੇ ਮਰਦਨ, ਖਟ ਦਰਸ਼ਨ ਕਰ ਤਲੀ ਰੇ, ਸੁੰਦਰ ਸੁਗਰ ਸਰੂਪ ਸਿਆਣੇ, ਪੰਚੋਂ ਹੀ ਮੋਹੇ ਛਲੀ ਰੇ, ਜਿਨ ਮਿਲ ਮਾਰੇ ਪੰਚ ਸੂਰ ਬੀਰ, ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬੇਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਉਹ ਭਾਈ ਕਲਯੁਗ ਦੇ ਵਿੱਚ ਜਿਸ ਨੇ 5 ਕਾਮ ਕ੍ਰੋਧ ਲੋਭ ਮੋਹ ਹੰਕਾਰ ਵਰਗੇ ਵੈਰੀਆਂ ਨੂੰ ਮਾਰ ਲਿਆ, ਤੇ ਪਾਤਸ਼ਾਹ ਜੀ ਕਹਿੰਦੇ ਹਨ ਉਹੀ ਕਲਯੁਗ ਦੇ ਵਿੱਚ ਪਰਿਪੂਰਨ ਪੁਰਸ਼ ਹੈ। ਸੋ ਉਹੀ ਪੂਰਨ ਮਹਾਂਪੁਰਖ ਸਨ ਸ਼੍ਰੀਮਾਨ ਸੰਤ ਬਾਬਾ ਤੇਜਾ ਸਿੰਘ ਜੀ, ਜਿਨ੍ਹਾਂ ਨੇ ਪੂਰਨ ਬ੍ਰਹਮ ਗਿਆਨੀ ਸ਼੍ਰੀਮਾਨ ਸੰਤ ਬਾਬਾ ਤੇਜਾ ਸਿੰਘ ਜੀਆਂ ਦੀ ਸੰਗਤ ਕੀਤੀ। ਤੇ ਭਗਤ ਕਬੀਰ ਜੀ ਕਹਿੰਦੇ ਹਨ ਜਿਵੇਂ ਇੱਕ ਚੰਦਨ ਦਾ ਦਰਖਤ ਆਪਣੀ ਸੰਗਤ ਹੋਰਨਾਂ ਦਰਖਤਾਂ ਦੇ ਤਾਈਂ ਦਿੰਦਾ ਹੈ, ਤਾਂ ਉਹ ਵੀ ਦਰਖਤ ਵੀ ਚੰਦਨ ਦਾ ਹੀ ਰੂਪ ਹੋ ਜਾਂਦੇ ਹਨ। ਸੋ ਭਾਈ ਉਹ ਵੀ ਚੰਦਨ ਹੋਏ ਗਏ ਬਸੇ ਜੋ ਚੰਦਨ ਪਾਸ। ਤੇ ਪੂਰਨ ਬ੍ਰਹਮ ਗਿਆਨੀ ਵੀ ਚੰਦਨ ਦੀ ਨਿਆਈ ਹਨ। ਕਿਉਂਕਿ ਸੰਗਤ ਜੀ ਸਮਾਜ ਵਿੱਚ ਵੇਖੀਏ, ਠੱਗਾਂ ਦੀ ਸੰਗਤ ਕਰਾਂਗੇ ਤਾਂ ਲੋਕੀ ਸਾਨੂੰ ਠੱਗ ਕਹਿਣਗੇ, ਵਿਦਵਾਨਾਂ ਦੀ ਸੰਗਤ ਕਰਾਂਗੇ ਲੋਕ ਸਾਨੂੰ ਵਿਦਵਾਨ ਕਹਿਣਗੇ, ਸਿਆਣਿਆਂ ਬਿਆਣਿਆਂ ਪੜ੍ਹਿਆਂ ਲਿਖਿਆਂ ਦੀ ਸੰਗਤ ਕਰਾਂਗੇ ਤਾਂ ਲੋਕੀ ਸਾਨੂੰ ਸਿਆਣਾ ਬਿਆਣਾ ਅਕਲਮੰਦ ਕਹਿਣਗੇ। ਜੇਕਰ ਸੰਤਾਂ ਦੀ ਸੰਗਤ ਕਰਾਂਗੇ ਤਾਂ ਲੋਕੀ ਸਾਨੂੰ ਸੰਤੀ ਕਹਿਣਗੇ। ਇਸੇ ਵਾਸਤੇ ਮਹਾਂਪੁਰਖਾਂ ਨੇ ਸੰਤਾਂ ਦੀ ਐਸੀ ਸੰਗਤ ਕੀਤੀ। ਤੇ ਉਸ ਸਮੇਂ ਮਹਾਂਪੁਰਖਾਂ ਨੇ ਸਤਿਕਾਰਯੋਗ ਸੰਤ ਬਾਬਾ ਤੇਜਾ ਸਿੰਘ ਜੀ ਦੇ ਤਾਈਂ ਗੁਰੂ ਘਰ ਦੀ ਸੇਵਾ ਕਰਨ ਵਾਸਤੇ ਅਤੇ ਸੰਗਤ ਦੀ ਸੇਵਾ ਕਰਨ ਵਾਸਤੇ ਆਗਿਆ ਕੀਤੀ ਕਿ ਜੇਕਰ ਆਪ ਜੀ ਆਪਣਾ ਜੀਵਨ ਸਫਲਾ ਕਰਨਾ ਚਾਹੁੰਦੇ ਹੋ, ਸਵਾਸਾਂ ਦੀ ਪੂੰਜੀ ਨੂੰ ਸਫਲਾ ਕਰਨਾ ਚਾਹੁੰਦੇ ਹੋ, ਤਾਂ ਭਾਈ 10 ਨੌਹਾਂ ਦੀ ਕਿਰਤ ਕਮਾਈ ਕਰਦਿਆਂ ਹੋਇਆਂ, ਨਾਮ ਜਪਦਿਆਂ ਹੋਇਆਂ ਅਤੇ ਪਰਉਪਕਾਰ ਕਰਦਿਆਂ ਹੋਇਆਂ ਜਿਹੜਾ ਆਪਣਾ ਜੀਵਨ ਹੈ ਬਤੀਤ ਕਰਨਾ ਕਰੋ। ਧੰਨ ਗੁਰੂ ਨਾਨਕ ਕਿਰਪਾ ਕਰਨਗੇ। ਸੰਤੋ ਸਾਗਰ ਪਾਰ ਉਤਰੀਐ, ਜੇ ਕੋਈ ਬਚਨ ਕਮਾਵੈ, ਸੰਤਨ ਕਾ ਗੁਰ ਪ੍ਰਸਾਦੀ ਤਰੀਐ। ਸੋ ਭਾਈ ਜਿਨ੍ਹਾਂ ਨੇ ਸੰਤਾਂ ਦਾ ਬਚਨ ਕਮਾਇਆ ਹੈ, ਤਾਂ ਭਾਈ ਉਹ ਗੁਰੂ ਦੀ ਕਿਰਪਾ ਦੇ ਨਾਲ ਸੰਸਾਰ ਰੂਪੀ ਭਵ ਸਾਗਰ ਤੋਂ ਤਰ ਜਾਂਦੇ ਨੇ। ਤੇ ਬਾਣੀ ਦੇ ਮਹਾਵਾਕ ਹਨ, ਆਪ ਜੀ
ਕੀਰਤਨ ਸੋਹਿਲੇ ਦੇ ਵਿੱਚ ਹਰ ਰੋਜ਼ ਸਰਵਣ ਕਰਦੇ ਹੋ। ਕਰੋ ਬੇਨੰਤੀ ਸੁਨੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਟਹਿਲ ਨਾਮ ਹੁੰਦਾ ਹੈ ਸੇਵਾ ਦਾ। ਪਾਤਸ਼ਾਹ ਜੀ ਫਰਮਾਉਂਦੇ ਹਨ, ਇਹ ਜਿਹੜਾ ਮਨੁੱਖਾ ਜਨਮ ਹੈ ਵਾਰ-ਵਾਰ ਨਹੀਂ ਮਿਲਣਾ। ਇਹ ਜਿਹੜਾ ਮਨੁੱਖਾ ਜਨਮ ਹੈ, ਜੇਕਰ ਸਭ ਤੋਂ ਸੌਖੇ ਤਰੀਕੇ ਦੇ ਨਾਲ ਆਪਣੇ ਜੀਵਨ ਨੂੰ ਸਫਲਾ ਕਰਨਾ ਚਾਹਣਾ ਹੈ ਤਾਂ ਭਾਈ ਸਾਧੂ ਸਤਪੁਰਸ਼ਾਂ ਦੀ ਸੰਗਤ ਕਰ। ਜਿਸ ਪ੍ਰਕਾਰ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਸ ਇੱਕ ਜਗਿਆਸੂ ਆਉਂਦਾ ਤੇ ਜਗਿਆਸੂ ਬੇਨਤੀ ਕਰਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੈਂ ਨੌਕਰੀ ਕਰਨ ਵਾਲਾ ਵਿਅਕਤੀ ਹਾਂ, ਕਾਰ ਵਿਹਾਰ ਕਰਦਿਆਂ ਹੋਇਆਂ ਸਤਿਗੁਰੂ ਜੀ ਘਰ ਪਰਿਵਾਰ ਨੂੰ ਪਾਲਦਿਆਂ ਹੋਇਆਂ ਕਦੀ ਵੀ ਸਤ ਸੰਗਤ ਨਹੀਂ ਮੈਂ ਕਰ ਪਾਉਂਦਾ, ਕਦੀ ਮੈਂ ਸੇਵਾ ਨਹੀਂ ਕਰ ਪਾਉਂਦਾ। ਤੇ ਪਾਤਸ਼ਾਹ ਜੀ ਮੇਰਾ ਇਹ ਲੋਕ ਤਾਂ ਜਾ ਹੀ ਰਿਹਾ, ਪਰ ਪਰਲੋਕ ਦੇ ਵਿੱਚ ਮੇਰੀ ਕੌਣ ਬਾਂਹ ਫੜੇਗਾ। ਸਤਿਗੁਰੂ ਜੀ ਕਿਰਪਾ ਕਰੋ, ਤੁਹਾਡੀ ਸ਼ਰਨ ਵਿੱਚ ਆਇਆ, ਮੇਰੇ ਤਾਈਂ ਇੱਕ ਸੌਖਾ ਜਿਹਾ ਰਸਤਾ ਦੇ ਦੇਣਾ ਕਰੋ, ਜਿਸ ਕਰਕੇ ਮੈਂ ਆਪਣੀ ਜਿਹੜੀ ਮਨੁੱਖਾ ਸਰੀਰ ਦੇਹ ਹੈ ਇਹ ਸਫਲੀ ਕਰ ਲੈਣਾ ਕਰਾਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਭਾਈ ਗੁਰਮੁਖਾ ਪਿਆਰਿਆ, ਜੇਕਰ ਸਭ ਤੋਂ ਸੌਖੇ ਤਰੀਕੇ ਦੇ ਨਾਲ ਇਸ ਦੇਹ ਨੂੰ ਸਫਲਾ ਕਰਨਾ ਹੈ ਤਾਂ ਕਿਸੇ ਸਾਧੂ ਸਤਪੁਰਸ਼ ਦੀ ਸੇਵਾ ਕਰ ਲਾ, ਸੰਤਾਂ ਨੂੰ ਖੁਸ਼ ਕਰ ਲੈਣਾ ਕਰ। ਜਦੋਂ ਸੰਤਾਂ ਨੂੰ ਖੁਸ਼ ਕਰ ਲੈਣਾ ਕਰੇਗਾ ਤਾਂ ਭਾਈ ਇਸ ਭਵ ਸਾਗਰ ਤੋਂ ਪਾਰ ਉਤਾਰੇ ਵਾਸਤੇ ਤੇਰੇ ਤਾਈਂ ਇੱਕ ਸੌਖਾ ਜਿਹਾ ਰਸਤਾ, ਸੌਖਾ ਜਿਹਾ ਉਪਦੇਸ਼ ਦੇ ਦੇਣਗੇ ਤੇ ਉਸ ਨੂੰ ਕਮਾ ਲਈ ਤੇ ਸੌਖੇ ਤਰੀਕੇ ਦੇ ਨਾਲ ਭਵ ਸਾਗਰ ਤੋਂ ਤਰ ਜਾਏਗਾ। ਤੇ ਉਸ ਵੇਲੇ ਜਗਿਆਸੂ ਨੇ ਬੇਨਤੀ ਕੀਤੀ, ਪਾਤਸ਼ਾਹ ਜੀ ਬੇਨਤੀ ਹੈ, ਹੁਣ ਮੈਂ ਹੈਗਾ ਕਲਯੁਗੀ ਜੀਵ, ਹੁਣ ਮੈਨੂੰ ਕੀ ਪਤਾ ਸੰਤ ਕੌਣ ਹੈ। ਅਜੋਕੇ ਸਮੇਂ ਦੇ ਵਿੱਚ ਹਰ ਕੋਈ ਸੰਤ ਹੈ, ਮੈਂ ਅਸਲ ਸੰਤ ਦੀ ਪਹਿਚਾਣ ਕਿਵੇਂ ਕਰਾਂ। ਤੇ ਸਤਿਗੁਰਾਂ ਜੀ ਨੇ ਬਚਨ ਸੁਣਾਇਆ ਇੱਕ ਸਾਖੀ। ਸਤਿਗੁਰੂ ਜੀ ਜਗਿਆਸੂ ਨੂੰ ਕਹਿੰਦੇ ਨੇ, ਪਾਤਸ਼ਾਹ ਜੀ ਬਾਣੀ ਦੇ ਵਿੱਚ ਉਸ ਦੇ ਤਾਂ ਹੀ ਸਿੱਖਿਆ ਦਿੰਦੇ ਹਨ, ਭਾਈ ਇੱਕ ਰਾਜਾ ਸੀ, ਉਸਨੇ ਹੰਸ ਵੇਖਣ ਦੀ ਬੜੀ ਇੱਛਾ ਕੀਤੀ ਤੇ ਵਜ਼ੀਰਾਂ ਨੇ ਆਖਿਆ ਕਿ ਰਾਜਾ ਜੀ ਤੁਸੀਂ ਆਪਣੇ ਮਹਿਲਾਂ ਦੇ ਛੱਤ ਦੇ ਉੱਪਰ ਨਾਨਾ ਪ੍ਰਕਾਰ ਦਾ ਚੋਗਾ ਪਾਇਆ ਕਰੋ, ਤੇ ਜਦੋਂ ਚੋਗਾ ਖਾਣ ਵਾਸਤੇ ਕਈ ਤਰ੍ਹਾਂ ਦੇ ਜਿਹੜੇ ਪੰਛੀ ਉੱਡ ਕੇ ਆਉਣਗੇ ਤੇ ਉਸ ਸਮੇਂ ਤੁਹਾਡੀ ਉਦਾਰ ਦਿਲੀ ਨੂੰ ਵੇਖ ਕਰਕੇ ਪੰਛੀ ਪੰਛੀਆਂ 'ਚ ਜਾ ਕੇ ਤੁਹਾਡਾ ਪ੍ਰਚਾਰ ਕਰਨਗੇ ਕਿ ਫਲਾਣਾ ਰਾਜਾ ਬੜਾ ਉਦਾਰ ਦਿਲੀ ਹੈ। ਤੇ ਇਹ ਜਿਹੜੀ ਆਵਾਜ਼ ਹੈ, ਇਹ ਜਿਹੜਾ ਸੁਨੇਹਾ ਹੈ ਮਾਨ ਸਰੋਵਰ ਤੇ ਹੰਸਾਂ ਤੱਕ ਵੀ ਪਹੁੰਚੇਗਾ ਤੇ ਸੰਤ ਫਿਰ ਉਸ ਸਮੇਂ ਤੁਹਾਨੂੰ ਦਰਸ਼ਨ ਦੇਣ ਵਾਸਤੇ ਜ਼ਰੂਰ ਆਉਣਗੇ ਹੰਸ। ਤੇ ਰਾਜਾ ਕਰਦਾ ਵੀ ਇਸੇ ਤਰ੍ਹਾਂ, ਚੋਗਾ ਪਾਉਂਦਾ ਹਰ ਰੋਜ਼ ਦੀ ਤਰ੍ਹਾਂ, ਤੇ ਫਿਰ ਪੰਛੀ ਉੱਡਦੇ ਹਨ ਤੇ ਜਿਹੜੇ ਪੰਛੀ ਹੰਸਾਂ ਦੀ ਸੰਗਤ ਕਰਦੇ ਨੇ ਉਹ ਹੰਸਾਂ ਦੇ ਦੇਸ਼ ਪਹੁੰਚਦੇ ਨੇ ਮਾਨ ਸਰੋਵਰ, ਤੇ ਫਿਰ ਜਾ ਕਰਕੇ ਦੱਸਣਾ ਕਰਦੇ ਹਨ ਕਿ ਇੱਕ ਬੜਾ ਉਦਾਰ ਦਿਲੀ ਰਾਜਾ ਜਿਹੜਾ ਸਾਰੇ ਪੰਛੀਆਂ ਦੀ ਸੇਵਾ ਕਰਦਾ ਹੈ। ਤੇ ਫਿਰ ਹੰਸ ਦੋਵੇਂ ਵਿਚਾਰ ਕਰਦੇ ਹਨ, ਰਾਜੇ ਦੇ ਦਰਸ਼ਨ ਕਰਨੇ ਤਾਂ ਬਣਦੇ ਨੇ। ਤੇ ਉਸ ਵੇਲੇ ਫਿਰ ਦੋਵੇਂ ਹੰਸ ਵਿਚਾਰ ਕਰਦੇ ਨੇ, ਭਾਵੇਂ ਅਸੀਂ ਖਾਣਾ ਨਹੀਂ ਖਾਂਦੇ ਕਿਉਂਕਿ ਹੰਸਾਂ ਦੀ ਜਿਹੜੀ ਖੁਰਾਕ ਹੈ ਮੋਤੀ ਹੈ, ਹੰਸ ਮੋਤੀ ਖਾਂਦੇ ਨੇ, ਪਰ ਉਸ ਸਮੇਂ ਹੰਸ ਕਹਿੰਦੇ ਹਨ ਉਸ ਦਾ ਉਤਸ਼ਾਹ ਵਧਾਉਣ ਵਾਸਤੇ ਤਾਂ ਜੋ ਬੜੀ ਸ਼ਰਧਾ ਭਾਵਨਾ ਦੇ ਨਾਲ ਲਗਨ ਦੇ ਨਾਲ ਸੇਵਾ ਕਰੇ ਪੰਛੀਆਂ ਦੀ, ਤਾਂ ਭਾਈ ਇਸੇ ਵਾਸਤੇ ਸਾਨੂੰ ਉਸ ਨੂੰ ਦਰਸ਼ਨ ਦੇਣੇ ਬਣਦੇ ਨੇ। ਤੇ ਹੰਸ ਜਾ ਕਰਕੇ ਮਹਿਲਾਂ ਤੇ ਬਹਿੰਦੇ ਨੇ ਤੇ ਰਾਜੇ ਨੂੰ ਫਿਰ ਹੰਸਾਂ ਦੇ ਦਰਸ਼ਨ ਹੁੰਦੇ ਨੇ। ਇਸੇ ਪ੍ਰਕਾਰ ਪਾਤਸ਼ਾਹ ਜੀ ਕਹਿੰਦੇ ਹਨ, ਤੁਸੀਂ ਵੀ ਸ਼ਰਧਾ ਭਾਵਨਾ ਦੇ ਨਾਲ ਸੰਗਤ ਦੀ ਸੇਵਾ ਕਰੋ, ਜਿਹੜਾ ਵੀ ਆਪਣੇ ਆਪ ਨੂੰ ਸੰਤ ਅਖਵਾਉਂਦਾ ਹੈ ਸੇਵਾ ਕਰੋ, ਪਰ ਕੋਈ ਅਸਲ ਸੰਤ ਤਾਂ ਆਵੇਗਾ। ਕਬੀਰ ਸੰਤ ਨਾ ਛੋੜਈ ਸੰਤੀ ਜੋ ਕੋਟਕ ਮਿਲੇ ਸੰਤ। हे ਭਾਈ, ਭਾਵੇਂ ਜਿੰਨੇ ਮਰਜ਼ੀ ਦੁਨੀਆ ਤੇ ਅਸੰਤ ਲੋਕ ਹਨ, ਪਰ ਜਿਹੜੇ ਪੂਰਨ ਬ੍ਰਹਮ ਗਿਆਨੀ ਹਨ ਉਹ ਆਪਣੀ ਸੰਤਗਰੀ, ਆਪਣੀ ਉਦਾਰ ਦਿਲੀ ਨਹੀਂ ਛੱਡਦੇ। ਸੋ ਇਸੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿੱਖ ਨੂੰ ਉਪਦੇਸ਼ ਦਿੰਦੇ ਨੇ ਤੇ ਸਤਿਗੁਰਾਂ ਜੀ ਦਾ ਬਚਨ ਕਮਾਉਂਦੇ ਨੇ। ਤੇ ਫਿਰ ਸਾਧੂ ਸਤਪੁਰਸ਼ਾਂ ਦੀ ਉਹ ਜਗਿਆਸੂ ਸੰਗਤ ਕਰਦਾ, ਹਰ ਕਿਸੇ ਦੀ ਸੇਵਾ ਕਰਦਾ ਹੈ, ਤਾਂ ਇਸ ਤਰੀਕੇ ਦੇ ਨਾਲ ਉਸ ਦਾ ਭਵ ਸਾਗਰ ਤੋਂ ਪਾਰ ਉਤਾਰਾ ਹੋ ਜਾਂਦਾ। ਸੋ ਇਸੇ ਤਰੀਕੇ ਦੇ ਨਾਲ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਤੇਜਾ ਸਿੰਘ ਜੀ ਮਹਾਰਾਜ, ਸ਼੍ਰੀਮਾਨ ਸੰਤ ਗਿਆਨੀ ਬਾਬਾ ਅਤਰ ਸਿੰਘ ਜੀ ਮਹਾਰਾਜ ਜੀਆਂ ਦੀ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦੇ ਨੇ ਤੇ ਮਹਾਂਪੁਰਖਾਂ ਦੇ ਬਚਨਾਂ ਨੂੰ ਮੰਨਦੇ ਨੇ ਤੇ ਮਹਾਂਪੁਰਖਾਂ ਦੇ ਬਚਨਾਂ ਦੇ ਹੀ ਵਿੱਚ ਹੀ ਆਪਣਾ ਜਿਹੜਾ ਜੀਵਨ ਹੈ ਸਮਰਪਿਤ ਕਰ ਦਿੰਦੇ ਨੇ। ਕਿਉਂਕਿ ਸੰਗਤ ਜੀ ਆਪਾਂ ਆਪਣੇ ਵੱਲ ਵੇਖੀਏ,
ਆਪਾਂ ਆਪਣੀ ਪੜ੍ਹਾਈ ਤਾਂ ਕਰਦੇ ਹਾਂ, ਪਰ ਆਪਣੇ ਸਵੈ ਪ੍ਰਯੋਜਨ ਦੇ ਵਾਸਤੇ, ਆਪਣੀ ਇੱਛਾ ਦੀ ਪੂਰਤੀ ਵਾਸਤੇ। ਪਰ ਜਿਹੜੇ ਬ੍ਰਹਮ ਗਿਆਨੀ ਹਨ ਉਹ ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ। ਉਹ ਆਪਣਾ ਜਿਹੜਾ ਜੀਵਨ ਹੈ ਪਰਉਪਕਾਰ ਵਾਸਤੇ, ਉਹ ਆਪਣਾ ਜਿਹੜਾ ਜੀਵਨ ਹੈ ਕੇਵਲ ਤੇ ਕੇਵਲ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਖੁਸ਼ੀ ਪ੍ਰਾਪਤ ਵਾਸਤੇ ਅਤੇ ਸਾਰੀ ਮਾਨਵਤਾ ਦੇ ਭਲੇ ਵਾਸਤੇ ਆਪਣਾ ਜਿਹੜਾ ਜੀਵਨ ਹੈ ਲਾਉਣਾ ਕਰਦੇ ਹਨ। ਇਸੇ ਕਰਕੇ ਪਾਤਸ਼ਾਹ ਜੀ ਕਹਿੰਦੇ ਹਨ, ਹੈਨ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ। ਇਹ ਭਾਈ ਕਰੋੜਾਂ ਦੇ ਵਿੱਚੋਂ ਇੱਕ ਹੀ ਹਨ ਜਿਹੜੇ ਸਮੇਂ ਸਮੇਂ 'ਤੇ ਇਸ ਜਗਤ ਜਲੰਦੇ ਦੇ ਜੀਵਾਂ ਨੂੰ ਤਾਰਨ ਵਾਸਤੇ ਪੂਰਨ ਬ੍ਰਹਮ ਗਿਆਨੀ ਦਾ ਰੂਪ ਧਾਰ ਕਰਕੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਆਉਂਦੇ ਨੇ ਤੇ ਆਪਣੇ ਨਾਲ ਹੋਰਨਾਂ ਨੂੰ ਵੀ ਤਾਰਦੇ ਹਨ। ਸੋ ਤਿੰਨਾਂ ਮਹਾਂਪੁਰਖਾਂ ਦੀ ਪਾਵਨ ਪਵਿੱਤਰ ਮਿੱਠੀ ਯਾਦ, ਮਿੱਠੀ ਬਰਸੀ ਨੂੰ ਮਨਾਉਣ ਵਾਸਤੇ ਆਪ ਸਰਬੱਤ ਸੰਗਤ ਬੜੇ ਉਚੇਚੇ ਤੌਰ 'ਤੇ ਆਪੋ ਆਪਣੇ ਦੁਨਿਆਵੀ ਕਾਰ ਵਿਹਾਰਾਂ ਤੋਂ ਸੰਕੋਚ ਕਰਕੇ ਆਏ ਹੋ। ਸੋ ਆਪ ਗੁਰੂ ਰੂਪ ਸੰਗਤਾਂ ਦਾ ਕਲਗੀਧਰ ਟਰਸਟ ਵੱਲੋਂ ਜਿਉਂ ਆਇਆਂ ਧੰਨਵਾਦ। ਆਪ ਜੀਆਂ ਨੇ ਮਹਾਨ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਜਿੱਥੇ ਆਪਣਾ ਜੀਵਨ ਸਫਲਾ ਕੀਤਾ, ਉੱਥੇ ਆਪਣੇ ਛੋਟੇ ਛੋਟੇ ਬੱਚਿਆਂ ਦਾ ਵੀ ਜਿਹੜਾ ਜੀਵਨ ਹੈ ਪੂਰੇ ਪਰਿਵਾਰ ਦੇ ਸਹਿਤ ਆ ਕਰਕੇ ਆਪਣਾ ਜੀਵਨ ਸਫਲਿਆਂ ਕੀਤਾ ਹੈ। ਸੋ ਗੁਰੂ ਪਿਆਰੀ ਸੰਗਤ ਜੀ, ਮਹਾਂਪੁਰਖਾਂ ਦੇ ਪਾਵਨ ਪਵਿੱਤਰ ਜੀਵਨ ਦੇ ਉੱਪਰ ਗੁਰਮਤਿ ਵਿਚਾਰਾਂ ਕਰਦਿਆਂ ਤੁਸ਼ ਬੁੱਧੀ ਹੋਣ ਕਰਕੇ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਕਿਉਂਕਿ ਮਹਾਂਪੁਰਖਾਂ ਦੇ ਜਿਹੜੀ ਵਡਿਆਈ ਹੈ, ਸਤਿਗੁਰੂ ਜੀ ਬਾਣੀ ਦੇ ਵਿੱਚ ਫਰਮਾਉਂਦੇ ਹਨ, ਸਾਧ ਕੀ ਮਹਿਮਾ ਵੇਦ ਨਾ ਜਾਣੈ ਹੈ, ਜੇਤਾ ਸੁਣ ਹੈ ਤੇਤਾ ਬਖਿਆਨਾ। ਕਿਉਂਕਿ ਜਿਹਵਾ ਏਕ ਕਮਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਸੋ ਭਾਈ ਮਹਾਂਪੁਰਖਾਂ ਦੀ ਵਡਿਆਈ ਦੀ ਤਾਂ ਹੱਦ ਹੀ ਨਹੀਂ, ਨਾ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਦਾ ਹੱਦ ਬੰਨਾ ਤੇ ਨਾ ਮਹਾਂਪੁਰਖਾਂ ਦੀ ਵਡਿਆਈ ਦਾ ਕੋਈ ਹੱਦ ਬੰਨਾ ਹੈ। ਕਿਉਂਕਿ ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ। ਸੋ ਭਾਈ ਦੁਨੀਆ ਦੇ ਉੱਪਰ ਕਾਇਮ ਰਹਿਣ ਵਾਲੇ, ਚਾਰੇ ਯੁੱਗਾਂ ਦੇ ਵਿੱਚ ਸਦਾ ਵਾਸਤੇ ਅਮਰ ਜਾਣ ਵਾਲੇ ਬ੍ਰਹਮ ਗਿਆਨੀ ਹਨ ਤੇ ਆਪ ਇਹਨਾਂ ਮਹਾਂਪੁਰਖਾਂ ਦੀ ਮਿੱਠੀ ਯਾਦ ਨੂੰ ਮਨਾਉਣ ਵਾਸਤੇ ਆਏ ਹੋ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਭਨਾਂ ਦਾ ਚੱਲਿਆ ਆ ਹਰ ਇੱਕ ਕਦਮ ਸਤਿਗੁਰੂ ਜੀ ਲੇਖੇ ਲਾਉਣ। ਕੀਤੀ ਹੋਈ ਸਤ ਸੰਗਤ ਸੇਵਾ ਸਿਮਰਨ ਦਾ ਫਲ ਭਾਵ ਸਤਿਗੁਰੂ ਜੀ ਸਾਡੇ ਸਾਰਿਆਂ ਦੇ ਹਿਰਦਿਆਂ 'ਤੇ ਵਸਾਉਣ। ਸਾਨੂੰ ਸਭ ਨੂੰ ਦਰੋਂ ਘਰੋਂ ਸਿੱਖੀ, ਮਹਾਂਪੁਰਖਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਣ ਦਾ ਬਲ ਉਦਮ ਬਖਸ਼ਿਸ਼ ਕਰਨ। ਸੋ ਸੰਗਤ ਜੀ, ਇੱਥੇ ਹੀ ਗੁਰਮਤਿ ਵਿਚਾਰਾਂ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।